ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਦੱਸਿਆ ਹੈ ਆਪ ਜੀ ਨੂੰ, ਅੱਜ ਆਪਾਂ ਜੋ 100 ਪੁਰਖ ਦੇ 4 ਸ਼ਬਦ ਹਨ, ਉਹ 4 ਸ਼ਬਦ ਜਿਨ੍ਹਾਂ ਦਾ ਸਿਰਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 100 ਪੁਰਖ ਦਾ ਦਿੱਤਾ ਹੋਇਆ ਹੈ, ਉਹਨਾਂ ਸ਼ਬਦਾਂ ਦੀ ਸਾਂਝੀ ਵਿਚਾਰ, ਸੰਖੇਪ ਵਿਚਾਰ ਆਪਾਂ ਸਾਂਝੀ ਕਰਨੀ ਹੈ ਜੀ। ਤੋ ਸਭ ਤੋਂ ਪਹਿਲਾਂ ਜੋ ਸ਼ਬਦ ਹੈ ਉਹ 100 ਪੁਰਖ ਦਾ ਹੀ ਹੈ। ਇਸ ਦੇ ਪਹਿਲੇ 2 ਸ਼ਬਦ 100 ਪੁਰਖ ਹਨ, ਜਿਨ੍ਹਾਂ ਤੋਂ ਇਸ ਸ਼ਬਦਾਂ ਦੇ ਸਮੂਹ ਦਾ ਜੋ ਸਿਰਲੇਖ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਉਹ 100 ਪੁਰਖ ਦਿੱਤਾ ਹੋਇਆ ਹੈ। ਜਿਵੇਂ ਆਪ ਦੇਖ ਸਕਦੇ ਹੋ, ਰਾਗ ਆਸਾ ਮਹਿਲਾ ਚੌਥਾ 100 ਪੁਰਖ। ਤੋ ਇਸ ਸ਼ਬਦ ਦੇ ਵਿੱਚ ਇਹ ਇੱਕ ਲੰਬਾ 5 ਪਦਿਆਂ ਦਾ ਸ਼ਬਦ ਹੈ। ਇਸ ਦੇ ਵਿੱਚ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਤੇ ਸਾਨੂੰ ਅਕਾਲ ਪੁਰਖ ਜੀ ਦੇ ਗੁਣ ਦੱਸੇ ਹਨ, ਤਾਂ ਕਿ ਸਾਡੇ ਵਿੱਚ ਉਹ ਇੱਕ ਭਾਵਨਾ ਪੈਦਾ ਹੋਵੇ ਕਿ ਅਸੀਂ ਜਿਸ ਇਸ਼ਟ ਨੂੰ ਮੰਨਦੇ ਹਾਂ, ਜਿਸ ਇਸ਼ਟ ਦੀ ਸਾਡੀ ਪੂਜਾ ਹੈ, ਜਿਸ ਨੂੰ ਯਾਦ ਕਰਨਾ ਹੈ ਅਸੀਂ, ਤਾਂ ਉਹਦੀ ਵਡਿਆਈ ਕਰ ਰਹੇ ਹਨ, ਉਹਦੇ ਗੁਣ ਦੱਸ ਕੇ। ਤਾਂ ਸਤਿਗੁਰੂ ਜੀ ਬਹੁਤ ਸਾਰੇ ਸ਼ਬਦ ਇਹਦੇ ਵਿੱਚ ਵਰਤਦੇ ਹਨ ਅਕਾਲ ਪੁਰਖ ਜੀ ਵਾਸਤੇ। ਆਦ ਪੁਰਖ, ਅਪਰੰਪਰ, ਫਿਰ ਅੱਗੇ ਜੇਵੜ ਅਵਲ ਨਾ ਕੋਈ, ਜਿਹਦੇ ਜਿੰਨਾ ਹੋਰ ਕੋਈ ਨਹੀਂ, ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੋ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਉਹ ਸਾਨੂੰ ਜਿਹੜੀਆਂ ਚੀਜ਼ਾਂ ਹਨ, ਇਸ ਜੋ ਸ਼ਬਦ ਹੈ ਉਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਉਹਨਾਂ ਦੀ ਅਕਾਲ ਪੁਰਖ ਜੀ ਦੀਆਂ ਜੋ ਸਿਫਤਾਂ ਹਨ, ਉਹਨਾਂ ਦੀ ਗੱਲ ਸਤਿਗੁਰੂ ਜੀ ਨੇ ਕੀਤੀ ਹੈ। ਤੋ ਉਹ ਜੋ ਉਹਨਾਂ ਦੀ ਉਸਤਤ ਕਰਕੇ ਸਤਿਗੁਰੂ ਜੀ, ਫਿਰ ਉਸ ਤੋਂ ਬਾਅਦ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਜਿਹੜੀ ਗੱਲ ਹੈ ਬਾਰ-ਬਾਰ ਦ੍ਰਿੜ ਕਰਾਉਂਦੇ ਹਨ ਕਿ ਅਸੀਂ ਉਸ ਪ੍ਰਭੂ ਜੀ ਦੇ ਨਾਲ ਜੁੜਨਾ ਹੈ। ਇਹ ਮੁੱਖ ਤੌਰ ਤੇ ਉਹੀ ਵਿਸ਼ਾ ਹੈ ਜੋ ਪਹਿਲੇ 5 ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਸੀ। ਉਹਨਾਂ ਦੇ ਵਿੱਚ ਵੀ ਸਤਿਗੁਰੂ ਜੀ ਨੇ ਪਹਿਲਾਂ ਅਕਾਲ ਪੁਰਖ ਦੀ ਵਡਿਆਈ ਸੋਦਲ ਦੇ ਸ਼ਬਦ ਵਿੱਚ ਕੀਤੀ ਸੀ, ਤੇ ਫਿਰ ਇੱਕ ਸੀਰੀਜ਼ ਦੇ ਵਿੱਚ ਉਹ ਸਤਿਗੁਰੂ ਜੀ ਸਾਨੂੰ ਡਿਫਰੈਂਟ ਐਸਪੈਕਟਸ ਜਿਹੜੇ ਸੀਗੇ ਵੀ ਅਸੀਂ ਅਕਾਲ ਪੁਰਖ ਨਾਲ ਜੁੜਨਾ ਹੈ, ਕਿਉਂ ਜੁੜਨਾ ਹੈ, ਕੀ ਫਾਇਦੇ ਹਨ, ਕਿਵੇਂ ਜੁੜਨਾ ਹੈ, ਉਹ ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਸਮਝਾਈਆਂ ਸਨ। ਤਾਂ ਹੁਣ ਵੀ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਜੋ 100 ਪੁਰਖ ਦਾ ਪਹਿਲਾ ਸ਼ਬਦ ਹੈ, ਉਹਦੇ ਵਿੱਚ ਸਤਿਗੁਰੂ ਜੀ ਨੇ ਪ੍ਰਭੂ ਜੀ ਦੇ ਨਾਲ ਜੁੜਨ ਦੇ, ਨਾਮ ਸਿਮਰਨ ਦੇ ਜੋ ਲਾਭ ਹਨ ਉਹ ਦੱਸੇ ਹਨ। ਆਪ ਜੀ ਕਹਿੰਦੇ ਹਨ ਕਿ ਜਦੋਂ ਪ੍ਰਭੂ ਜੀ ਦਾ ਅਸੀਂ ਸਿਮਰਨ ਕਰਦੇ ਹਾਂ ਤੇ ਉਹਦੇ ਬਲ ਦੇ ਉੱਤੇ ਅਸੀਂ ਜੋ ਸੁਖ ਪ੍ਰਾਪਤ ਕਰਦੇ ਹਾਂ, ਜੋ ਸਦੀਵੀ ਸੁਖ ਹੈ, ਉਹ ਸਦੀਵੀ ਸੁਖ ਪ੍ਰਾਪਤੀ ਦੇ ਵਾਸਤੇ ਸਤਿਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਬਈ ਜਦੋਂ ਤੱਕ ਅਸੀਂ ਅਕਾਲ ਪੁਰਖ ਦੇ ਨਾਲ ਜੁੜਦੇ ਨਹੀਂ, ਉਹਦੇ ਨਾਲ ਅਸੀਂ ਉਸ ਢੰਗ ਨਾਲ ਨਹੀਂ ਜੁੜਦੇ ਜਿਹਦੇ ਨਾਲ ਅਸੀਂ ਉਸ ਅਕਾਲ ਪੁਰਖ ਦੀ ਖੁਸ਼ੀ ਪ੍ਰਾਪਤ ਕਰ ਲਈਏ। ਕਿਉਂਕਿ ਇਹ ਜੋ ਸ਼ਬਦ ਹੈ ਜਿਹੜਾ ਆਰੰਭ ਹੋ ਰਿਹਾ ਹੈ, ਪਦਾ ਆਰੰਭ ਹੋ ਰਿਹਾ ਹੈ, ਤੇਰੀ ਭਗਤ ਭੰਡਾਰ ਜੀ, ਉਸ ਪਦੇ ਦੇ ਵਿੱਚ ਸਤਿਗੁਰੂ ਜੀ ਸਾਨੂੰ ਇਹ ਸਮਝਾਉਂਦੇ ਹਨ ਕਿ ਭਗਤੀ ਤਾਂ ਅਸੀਂ ਕਰਨੀ ਹੈ ਉਸ ਅਕਾਲ ਪੁਰਖ ਦੀ, ਲੇਕਿਨ ਭਗਤੀ ਕਰਨ ਲੱਗਿਆ ਅਸੀਂ ਉਹਨਾਂ ਢੰਗਾਂ ਦੇ ਨਾਲ ਭਗਤੀ ਨਹੀਂ ਕਰਨੀ। ਜਿਵੇਂ ਕਿ ਇਸ ਪਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਕਿ ਬਹੁਤ ਸਾਰੇ ਤੇਰੇ ਭਗਤੀ ਦੇ ਭੰਡਾਰ ਹਨ, ਬੇਅੰਤ ਹਨ। ਫਿਰ ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਹਨ ਕਿ ਭਗਤੀ ਕਰਨ ਵਾਲੇ ਵੀ ਅਨੇਕ ਹਨ, ਉਹਨਾਂ ਦੀ ਵੀ ਗਿਣਤੀ ਨਹੀਂ ਕੀਤੀ ਜਾ ਸਕਦੀ। ਪਰ ਉਹ ਕਿਸ ਤਰ੍ਹਾਂ ਤੇਰੀ ਭਗਤੀ ਕਰ ਰਹੇ ਹਨ, ਉਹ ਸਤਿਗੁਰੂ ਜੀ ਕਹਿ ਰਹੇ ਹਨ ਕਿ ਤਪ ਤਾਪੈ ਜਪੈ ਬੇਅੰਤਾ, ਭਾਵ ਤੇਰੀ ਪੂਜਾ ਅਨੇਕ ਢੰਗਾਂ ਦੇ ਨਾਲ ਕਰ ਰਹੇ ਹਨ। ਤੇਰੀ ਅਨੇਕ ਕਰੈ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ।
ਹੁਣ ਇੱਥੇ ਤਪਾਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਤਪ ਦਾ ਅਰਥ ਹੈ ਆਪਣੇ ਆਪ ਨੂੰ ਕਸ਼ਟ ਦੇ ਕੇ ਜਦੋਂ ਅਸੀਂ ਭਗਤੀ ਕਰਦੇ ਹਾਂ, ਆਪਣੇ ਇਸ਼ਟ ਨੂੰ ਯਾਦ ਕਰਦੇ ਹਾਂ। ਪਰ ਇਸ ਤੋਂ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਫਰਮਾਉਂਦੇ ਹਨ ਬਈ ਅਨੇਕਾਂ ਐਸੇ ਹਨ ਜਿਹੜੇ ਧਰਮ ਗ੍ਰੰਥਾਂ ਦਾ ਪਾਠ ਕਰ ਕਰਕੇ, ਫਿਰ ਕਈ ਕਿਸਮ ਦੇ ਕਿਰਿਆ ਕਾਂਡ ਕਰ ਕਰਕੇ ਤੇ 6 ਕਰਮ ਕਰ ਕਰਕੇ ਤੇਰੇ ਅਨੇਕ ਪੜ੍ਹੈ ਬਹੁਤ ਸਿਮਰਤ ਸ਼ਾਸਤਰ ਜੀ। ਉਹ ਸਿਮਰਤੀਆਂ ਸ਼ਾਸਤਰਾਂ ਭਾਵ ਸਾਡੇ ਵਾਸਤੇ ਇਉਂ ਸਮਝੀਏ ਕਿ ਧਰਮ ਗ੍ਰੰਥਾਂ ਦੇ ਪਾਠ, ਧਾਰਮਿਕ ਲਿਖਤਾਂ ਦੇ ਪਾਠ, ਧਾਰਮਿਕ ਉਪਦੇਸ਼ਾਂ ਦੇ ਪਾਠ ਕਰ ਕਰਕੇ ਉਸ ਨੂੰ ਭਗਤੀ ਸਮਝ ਲੈਣਾ। ਫਿਰ ਕਰ ਕਿਰਿਆ ਖਟ ਕਰਮ ਕਰੰਤਾ, ਹਾਲਾਂਕਿ ਸਤਿਗੁਰੂ ਜੀ ਨੇ ਉਹ ਜ਼ਿਕਰ ਕੀਤਾ ਹੈ ਜੋ ਉਸ ਵਕਤ ਦੇ ਉੱਤੇ ਪ੍ਰਚਲਿਤ ਸਨ, ਪਰ ਜੇ ਅਸੀਂ ਆਪਣੇ ਜੀਵਨ ਵੱਲ ਵੀ ਨਜ਼ਰ ਮਾਰੀਏ ਤਾਂ ਅਸੀਂ ਵੀ ਕਈ ਕਿਸਮ ਦੀਆਂ ਕਿਰਿਆਵਾਂ ਨੂੰ ਹੀ ਭਗਤੀ ਸਮਝ ਲੈਂਦੇ ਹਾਂ। ਇੱਥੇ ਸਤਿਗੁਰੂ ਜੀ ਨੇ ਖਟ ਕਿਰਿਆ ਖਟ ਕਰਮ ਦੀ ਉਹਨਾਂ ਨੇ ਜ਼ਿਕਰ ਕੀਤਾ ਹੈ। ਉਹ 6 ਕਰਮ, ਜਿਵੇਂ ਸਤਿਗੁਰੂ ਜੀ ਨੇ ਕਿਹਾ ਹੈ ਕਿ ਜਿਹੜੇ ਬ੍ਰਾਹਮਣਾਂ ਦੇ ਕਰਮ ਗਿਣੇ ਗਏ ਹਨ, ਕਿ ਉਹ ਜੋ ਹੈ, ਜੋ ਬ੍ਰਾਹਮਣ ਹਨ, ਉਹ 6 ਕਰਮ ਕਰਕੇ ਉਸੇ ਚੀਜ਼ ਨੂੰ ਭਗਤੀ ਮੰਨ ਲੈਂਦੇ ਹਨ। ਪਰ ਜੋ ਅਸੀਂ ਇੱਥੇ ਕਰ ਰਹੇ ਹਾਂ, ਜੋ ਅਸੀਂ ਆਪਣੇ ਜੀਵਨ ਦੇ ਵਿੱਚ ਕਰ ਰਹੇ ਹਾਂ, ਉਹ ਵੀ ਕੁਝ ਇਸੇ ਕਿਸਮ ਦਾ ਵੀ ਇਹ ਕੰਮ ਕੀਤਿਆਂ ਸਾਡੀ ਭਗਤੀ ਹੈ, ਇਹ ਕੰਮ ਕੀਤਿਆਂ ਸਾਡੀ ਭਗਤੀ ਹੈ। ਸਾਨੂੰ ਆਪਣੇ ਜੀਵਨ ਦੇ ਵਿੱਚ ਨਜ਼ਰ ਮਾਰਨ ਦੀ ਲੋੜ ਹੈ। ਪਰ ਸਤਿਗੁਰੂ ਜੀ ਨੇ ਆਖਰੀ ਪੰਕਤੀ ਦੇ ਵਿੱਚ ਇਸ ਪਦੇ ਦੀ ਕਿ ਭਲੇ ਭਗਤ ਕੌਣ ਹਨ ਜੋ ਭਾਵੈ ਮੇਰੇ ਹਰ ਭਗਵੰਤਾ, ਉਸ ਅਕਾਲ ਪੁਰਖ ਨੂੰ ਚੰਗੇ ਲੱਗਣ ਵਾਲੀ ਭਗਤੀ ਜਿਹੜੀ ਹੈ, ਉਹ ਭਗਤੀ ਹੈ ਜਦੋਂ ਅਸੀਂ ਉਸ ਪ੍ਰਭੂ ਦੇ ਗੁਣਾਂ ਦੇ ਨਾਲ ਜੁੜਦੇ ਹਾਂ, ਪ੍ਰਭੂ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਾਂ ਤਾਂ ਕਿ ਸਾਡੇ ਅੰਦਰ ਉਹ ਗੁਣ ਸਮਾ ਜਾਣ, ਸਾਡਾ ਅਮਲੀ ਜੀਵਨ ਚੰਗਾ ਬਣੇ ਤਾਂ ਕਿ ਅਸੀਂ ਪ੍ਰਭੂ ਜੀ ਨੂੰ ਚੰਗੇ ਲੱਗੀਏ। ਭਾਵੇਂ ਦਾ ਭਾਵ ਇਹ ਹੈ ਕਿ ਜਦੋਂ ਪ੍ਰਭੂ ਜੀ ਨੂੰ ਅਸੀਂ ਚੰਗੇ ਲੱਗਣੇ ਸ਼ੁਰੂ ਕਰ ਦਈਏ। ਤਾਂ ਉਹਨਾਂ ਨੇ ਇੱਕ ਪਾਸੇ ਤਪਾਂ ਦੀ ਗੱਲ ਕੀਤੀ ਹੈ, ਕਈ ਕਿਸਮ ਦੀ ਕਿਰਿਆ ਦੀ ਗੱਲ ਕੀਤੀ ਹੈ, ਕਈ ਕਿਸਮ ਦੇ ਪਾਠਾਂ ਦੀ ਗੱਲ ਕੀਤੀ ਹੈ ਤੇ ਕਈ ਕਰਮਾਂ ਦੀ ਗੱਲ ਕੀਤੀ ਹੈ। ਪਰ ਨਿਚੋੜ ਇਹ ਕੱਢਿਆ ਹੈ ਕਿ ਜਦੋਂ ਤੱਕ ਅਸੀਂ ਪ੍ਰਭੂ ਜੀ ਨੂੰ ਭਾਉਂਦੇ ਨਹੀਂ, ਉਦੋਂ ਤੱਕ ਸਾਡੀ ਜਿਹੜੀ ਭਗਤੀ ਹੈ ਉਹ ਪ੍ਰਵਾਨ ਨਹੀਂ ਹੈ। ਤਾਂ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਜੋ ਸਾਨੂੰ ਸਿੱਖਿਆ ਦੇ ਰਹੇ ਹਨ ਕਿ ਭਾਈ ਇਹ ਜੋ ਭਗਤੀ ਕਰਨੀ ਹੈ ਉਹ ਕਿਸੇ ਕਰਮ ਕਾਂਡ ਦੀ ਭਗਤੀ ਨਹੀਂ ਹੈ, ਪ੍ਰਭੂ ਜੀ ਨਾਲ ਜੁੜੋ। ਤੋਂ ਪਿਛਲੇ ਸ਼ਬਦਾਂ ਦੇ ਵਿਸ਼ੇ ਉੱਤੇ ਹੀ ਚੱਲ ਕੇ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਵੀ ਜੋ ਮੁੱਖ ਉਪਦੇਸ਼ ਦੇ ਰਹੇ ਹਨ ਕਿ ਉਸ ਅਕਾਲ ਪੁਰਖ ਦੇ ਨਾਲ ਜੁੜੋ, ਉਸ ਅਕਾਲ ਪੁਰਖ ਦਾ ਨਾਮ ਸਿਮਰਨ, ਉਹਨਾਂ ਦੇ ਗੁਣਾਂ ਦਾ ਸਿਮਰਨ ਕਰੋ, ਗੁਣਾਂ ਨੂੰ ਯਾਦ ਕਰੋ, ਉਹਦੀ ਸਿਫਤ ਸਲਾਹ ਦੇ ਵਿੱਚ ਮਗਨ ਹੋਵੋ ਤਾਂ ਕਿ ਅਸੀਂ ਆਪਣਾ ਜੀਵਨ ਚੰਗਾ ਬਣਾ ਕੇ, ਜੀਵਨ ਵੀ ਅਮਲੀ ਜੀਵਨ ਜੋ ਸਾਡਾ ਰੋਜ਼ਾਨਾ ਜੀਵਨ ਹੈ, ਸਿਰਫ ਇਹ ਨਹੀਂ ਕਿ ਜਿਹੜਾ ਅਸੀਂ ਧਰਮ ਕਰਦੇ ਹੋਏ ਜਿਹੜਾ ਸਾਡਾ ਜੀਵਨ ਹੈ, ਜੋ ਸਾਡਾ ਦੁਨਿਆਵੀ ਜੀਵਨ ਵੀ ਹੈ, ਜਿਸ ਕਿਸਮ ਦੇ ਕਰਮ ਅਸੀਂ ਕਰ ਰਹੇ ਹਾਂ, ਜਿਸ ਕਿਸਮ ਦਾ ਸਾਡਾ ਰੁਜ਼ਗਾਰ ਹੈ, ਜੋ ਸਾਡਾ ਵਿਹਾਰ ਹੈ, ਤਾਂ ਉਹ ਸਾਰਾ ਜਿਹੜਾ ਹੈ ਉਹ ਐਸਾ ਹੋਣਾ ਚਾਹੀਦਾ ਹੈ ਕਿ ਅਕਾਲ ਪੁਰਖ ਜੀ ਨੂੰ ਅਸੀਂ ਚੰਗੇ ਲੱਗੀਏ। ਤਾਂ ਇਹ ਜੋ ਜੀਵਨ ਹੈ ਜਿਹਦੇ ਵਿੱਚ ਅਸੀਂ ਅਕਾਲ ਪੁਰਖ ਜੀ ਨੂੰ ਚੰਗੇ ਲੱਗੀਏ, ਸਤਿਗੁਰੂ ਜੀ ਕਹਿੰਦੇ ਹਨ ਕਿ ਉਹਦਾ ਧੁਰਾ ਜੋ ਹੈ, ਜਿਸ ਦੇ ਸਿਰ ਦੇ ਉੱਤੇ ਇਹ ਖੜਾ ਹੈ, ਇਹ ਜੀਵਨ ਜਿਹੜਾ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਉਹ ਧੁਰਾ ਉਸ ਅਕਾਲ ਪੁਰਖ ਦਾ ਸਿਮਰਨ ਹੈ। ਜਦੋਂ ਤੱਕ ਅਸੀਂ ਅਕਾਲ ਪੁਰਖ ਦੀ ਯਾਦ ਨੂੰ ਹਰ ਵੇਲੇ ਆਪਣੇ ਮਨ ਦੇ ਵਿੱਚ ਨਹੀਂ ਵਸਾਵਾਂਗੇ, ਸਵਾਸ ਅਸੀਂ, ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਤੱਕ ਅਸੀਂ ਆਪਣੇ ਮਨ ਦੇ ਵਿੱਚ ਅਕਾਲ ਪੁਰਖ ਦੀ ਯਾਦ ਨੂੰ ਨਹੀਂ ਵਸਾਉਂਦੇ, ਉਦੋਂ ਤੱਕ ਸਾਡਾ ਅਮਲੀ ਜੀਵਨ ਵੀ ਅਕਾਲ ਪੁਰਖ ਨੂੰ ਚੰਗਾ ਲੱਗਣ ਵਾਲਾ ਨਹੀਂ ਬਣ ਸਕਦਾ। ਤੋ ਇਹ ਦੋਨੋਂ ਚੀਜ਼ਾਂ ਨਾਲ ਦੇ ਨਾਲ ਚੱਲਣੀਆਂ ਹਨ, ਪਰ ਇਹ ਇੱਕ ਦੂਜੇ ਦੀਆਂ ਪੂਰਕ ਹਨ। ਕੇਵਲ ਇੱਕ ਜੀਵਨ ਜੋ ਹੈ ਉਹ ਸਾਨੂੰ ਅਕਾਲ ਪੁਰਖ ਨਾਲ ਨਹੀਂ ਜੋੜ ਸਕਦਾ, ਕਿਉਂਕਿ ਜਦੋਂ ਤੱਕ ਸਿਮਰਨ ਨਹੀਂ ਹੈ, ਅਮਲੀ ਜੀਵਨ ਜੋ ਹੈ ਉਹ ਸਾਡਾ ਚੰਗਾ ਨਹੀਂ ਹੋ ਸਕਦਾ। ਪਰ ਜੇ ਅਸੀਂ ਕਿਸੇ ਕਿਸਮ ਦੇ ਕਰਮ ਕਾਂਡ ਨੂੰ ਜਾਂ ਤਪਾਂ ਨੂੰ ਜਾਂ ਕਿਸੇ ਕਿਸਮ ਦੀ ਕਿਰਿਆ ਨੂੰ ਹੀ ਸਿਮਰਨ ਸਮਝ ਕੇ ਬੈਠ ਜਾਵਾਂਗੇ, ਉਹਨੂੰ ਆਪਣੇ ਜੀਵਨ ਵਿੱਚ ਢੁਕਾਉਣ ਤੋਂ ਅਸੀਂ ਵਾਂਝੇ ਹੋ ਜਾਵਾਂਗੇ, ਭੁੱਲ ਜਾਵਾਂਗੇ, ਤਾਂ ਫਿਰ ਇਹ ਜੋ ਹੈ ਉਹ ਸਾਡਾ ਸਿਮਰਨ ਕੀਤਾ ਵੀ ਉਹ ਫਲ ਨਹੀਂ ਦੇ ਸਕਦਾ। ਤੋ ਸਤਿਗੁਰੂ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਦ੍ਰਿੜ ਕਰਾਉਂਦੇ ਹਨ ਕਿ ਸਾਡਾ ਅਮਲੀ ਜੀਵਨ ਤੇ ਸਿਮਰਨ ਦੋਵੇਂ ਸਾਈਡ ਬਾਏ ਸਾਈਡ ਚੱਲਣਗੇ।
ਅਕਾਲ ਪੁਰਖ ਜੀ ਦੇ ਗੁਣ ਚੇਤੇ ਕਰਾ ਕੇ ਸਾਨੂੰ ਉਹਨਾਂ ਦੇ ਸਿਮਰਨ ਨਾਲ, ਉਹਨਾਂ ਦੀ ਯਾਦ ਨਾਲ, ਉਹਨਾਂ ਦੇ ਜੋ ਉਪਦੇਸ਼ ਹਨ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਜੋ ਆਪਣਾ ਘਟਾਉਣ ਵਾਸਤੇ ਸਤਿਗੁਰੂ ਜੀ ਸਾਨੂੰ ਪ੍ਰੇਰਨਾ ਦੇ ਰਹੇ ਹਨ। ਤੇ ਇਹੀ ਸੀਰੀਜ਼ ਦੇ ਵਿੱਚ ਅਗਲਾ ਜੋ ਸ਼ਬਦ ਹੈ, ਆਸਾ ਮਹਿਲਾ ਚੌਥਾ, ਜਿਸ ਦੇ ਵਿੱਚ ਪਹਿਲਾ ਪਦਾ ਹੀ ਜੋ ਹੈ ਉਹ ਰਹਾਉ ਦਾ ਪਦਾ ਹੈ। ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ। ਤਾਂ ਹੁਣ ਇੱਥੇ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਜਗਤ ਦੇ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਪ੍ਰਭੂ ਜੀ ਦੇ ਭਾਵਨ ਦੇ ਅਨੁਸਾਰ ਹੀ ਹੈ। ਭਾਵ ਉਹ ਪ੍ਰਭੂ ਜੀ ਦੀ ਰਜ਼ਾ ਹੈ, ਪ੍ਰਭੂ ਜੀ ਦਾ ਹੁਕਮ ਹੈ, ਪ੍ਰਭੂ ਜੀ ਦਾ ਹੁਕਮ ਸਰਬ ਉੱਚ ਹੈ। ਉਸ ਤੋਂ ਇਲਾਵਾ ਇਸ ਜਗਤ ਦੇ ਵਿੱਚ ਸਾਨੂੰ ਨਾ ਤਾਂ ਕੁਝ ਪ੍ਰਾਪਤ ਹੋ ਸਕਦਾ ਹੈ ਤੇ ਨਾ ਹੀ ਕੁਝ ਵਾਪਰ ਸਕਦਾ ਹੈ। ਤੋ ਇਸ ਢੰਗ ਦੇ ਨਾਲ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਸਾਨੂੰ ਜੋ ਅਕਾਲ ਪੁਰਖ ਜੀ ਦੀ ਰਜ਼ਾ ਹੈ ਉਹਦਾ ਸਾਨੂੰ ਅਹਿਸਾਸ ਕਰਾਇਆ ਹੈ ਕਿ ਅਸੀਂ ਅਕਾਲ ਪੁਰਖ ਜੀ ਦੀ ਰਜ਼ਾ ਦੇ ਵਿੱਚ ਚੱਲ ਕੇ ਹੀ ਜੋ ਆਪਣਾ ਜੀਵਨ ਚੰਗਾ ਬਣਾ ਸਕਦੇ ਹਾਂ। ਤੋਂ ਪਹਿਲਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਜੀ ਦੀ ਉਸਤਤ ਕਰਕੇ ਉਹਨਾਂ ਦਾ ਨਾਮ ਸਿਮਰਨ ਤੇ ਅਮਲੀ ਜੀਵਨ ਚੰਗਾ ਬਣਾਉਣ ਦੀ ਪ੍ਰੇਰਣਾ ਕੀਤੀ। ਹੁਣ ਇਸੇ ਦਾ ਹੀ ਦੂਜਾ ਪੱਖ ਹੈ ਅਕਾਲ ਪੁਰਖ ਜੀ ਦੇ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਚੱਲਣਾ। ਤੋ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਜੋ ਸਾਨੂੰ ਬਾਕੀ ਪਦਿਆਂ ਦੇ ਵਿੱਚ ਉਪਦੇਸ਼ ਦਿੱਤਾ ਹੈ ਉਹ ਇਹੀ ਹੈ ਕਿ ਜੋ ਕੁਝ ਵੀ ਅਸੀਂ ਪ੍ਰਾਪਤ ਕਰਨਾ ਹੈ ਉਹ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ, ਉਹਦੀ ਕਿਰਪਾ ਦੇ ਨਾਲ ਅਸੀਂ ਪ੍ਰਾਪਤ ਕਰਨਾ ਹੈ। ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਤੇ ਫਿਰ ਅੱਗੇ ਤੁਧ ਆਪ ਵਿਛੋੜਿਆ ਆਪ ਮਿਲਾਇਆ। ਮਤਲਬ ਇਹ ਕਿ ਜਦੋਂ ਤੱਕ ਅਕਾਲ ਪੁਰਖ ਜੀ ਦੀ ਰਜ਼ਾ ਦੇ ਅਨੁਸਾਰ ਅਸੀਂ ਨਹੀਂ ਚੱਲਦੇ, ਅਸੀਂ ਕਿਸੇ ਵੀ ਚੀਜ਼ ਨੂੰ ਪ੍ਰਾਪਤ ਨਹੀਂ ਕਰ ਸਕਦੇ। ਨਾਮ ਜਪਣ ਦੇ ਵਾਸਤੇ ਵੀ ਸਾਨੂੰ ਅਕਾਲ ਪੁਰਖ ਜੀ ਦੀ ਕਿਰਪਾ ਚਾਹੀਦੀ ਹੈ, ਉਹਨਾਂ ਦੀ ਮਿਹਰ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਮਿਹਰ ਤੋਂ ਬਿਨਾਂ ਸਾਡੇ ਮਨ ਦੇ ਵਿੱਚ ਵਿਚਾਰ ਵੀ ਨਹੀਂ ਪੈਦਾ ਹੋ ਸਕਦਾ ਕਿ ਅਸੀਂ ਅਕਾਲ ਪੁਰਖ ਦੇ ਨਾਲ ਜੁੜਨਾ ਹੈ। ਔਰ ਜੋ ਸਾਡੇ ਜੀਵਨ ਦੇ ਵਿੱਚ ਹੋ ਰਿਹਾ ਹੈ ਉਹ ਅਕਾਲ ਪੁਰਖ ਜੀ ਦੀ ਰਜ਼ਾ ਦੇ ਅਨੁਸਾਰ ਹੋ ਰਿਹਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜੋ ਪ੍ਰਾਪਤ ਕਰਨਾ ਹੈ ਉਹ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ? ਗੁਰਮੁਖ ਲਾਧਾ ਮਨਮੁਖ ਗਵਾਇਆ। ਸਤਿਗੁਰੂ ਜੀ ਦੇ, ਗੁਰੂ ਜੀ ਦੇ ਲੜ ਲੱਗ ਕੇ ਹੀ ਅਸੀਂ ਹੁਕਮ ਦਾ, ਭਾਣੇ ਦਾ, ਰਜ਼ਾ ਦਾ ਜੀਵਨ ਜੀ ਸਕਦੇ ਹਾਂ। ਜਦੋਂ ਤੱਕ ਅਸੀਂ ਗੁਰੂ ਦੇ ਲੜ ਨਹੀਂ ਲੱਗਦੇ, ਆਪਣੇ ਜੀਵਨ ਨੂੰ, ਆਪਣੇ ਜਨਮ ਨੂੰ ਅਸੀਂ ਸਫਲ ਨਹੀਂ ਕਰ ਸਕਦੇ, ਕਿਉਂਕਿ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਹੀ ਅਸੀਂ ਉਹ ਕਿਰਪਾ ਦੀ ਅਵਸਥਾ ਤੱਕ ਪਹੁੰਚ ਸਕਦੇ ਹਾਂ, ਜਿੱਥੇ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਕਿਉਂਕਿ ਇਹ ਢੰਗ ਜੋ ਹੈ ਸਾਨੂੰ ਉਹ ਗੁਰੂ ਦੀ ਸ਼ਰਨ ਦੇ ਵਿੱਚ ਜਾਇਆ, ਭਾਵ ਗੁਰੂ ਦਾ ਉਪਦੇਸ਼ ਸੁਣਿਆ, ਗੁਰੂ ਜੀ ਦਾ ਜੋ ਉਪਦੇਸ਼ ਹੈ ਉਹਨੂੰ ਮਨ ਦੇ ਵਿੱਚ ਵਸਾ ਕੇ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਫਿਰ ਅਸੀਂ ਕਿਰਪਾ ਦੇ ਪਾਤਰ ਬਣ ਸਕਦੇ ਹਾਂ। ਤੋ ਅਕਾਲ ਪੁਰਖ ਜੀ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਸਭ ਕੁਝ ਪ੍ਰਾਪਤ ਕਰਨਾ ਹੈ ਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਜੀਵਨ ਜੀ ਕੇ ਅਕਾਲ ਪੁਰਖ ਦੀ ਕਿਰਪਾ ਦੇ ਪਾਤਰ ਕਿਵੇਂ ਬਣਨਾ ਹੈ, ਇਹ ਸਾਨੂੰ ਗੁਰੂ ਦੇ ਲੜ ਲੱਗਿਆਂ ਹੀ ਪਤਾ ਲੱਗਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਸਾਡੀ ਜੋ ਹਸਤੀ ਹੈ ਉਹ ਸਭ ਉਹਦੀ ਰਜ਼ਾ ਦੇ ਵਿੱਚ ਹੈ। ਜਿਵੇਂ ਦਰਿਆ ਦੇ ਵਿੱਚ ਲਹਿਰਾਂ ਹੁੰਦੀਆਂ ਹਨ, ਉਹ ਲਹਿਰਾਂ ਉਹਦਾ ਹਿੱਸਾ ਹੀ ਹੁੰਦੀਆਂ ਹਨ ਤੇ ਉਸ ਤੋਂ ਬਿਨਾਂ ਕੁਝ ਵੀ ਨਹੀਂ। ਪਰ ਸਤਿਗੁਰੂ ਕਹਿੰਦੇ ਹਨ ਕਿ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਮਤਲਬ ਜਿਸ ਦੇ ਮੱਥੇ ਤੇ ਵਿਜੋਗ ਦਾ ਲੇਖ ਹੈ ਉਹਨੂੰ ਮਨੁੱਖਾ ਜਨਮ ਤਾਂ ਮਿਲ ਗਿਆ, ਪਰ ਮਨੁੱਖਾ ਸਰੀਰ ਜੋ ਅਕਾਲ ਪੁਰਖ ਨੂੰ ਮਿਲਣ ਦਾ ਸਭ ਤੋਂ ਵਧੀਆ ਮੌਕਾ ਅਕਾਲ ਪੁਰਖ ਨੇ ਸਾਨੂੰ ਦਿੱਤਾ ਹੈ, ਕਿਉਂਕਿ ਇਹ ਇਸ ਜੀਵਨ ਦੇ ਵਿੱਚ ਹੀ ਅਸੀਂ ਅਕਾਲ ਪੁਰਖ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਪਰ ਜੇ ਸਾਡੇ ਜੀਵਨ ਦੇ ਵਿੱਚ ਇਹ ਵਿਜੋਗ ਭਾਵ, ਉਥੇ ਸਾਡੇ ਮੱਥੇ ਤੇ ਵਿਜੋਗ ਦਾ ਹੀ ਲੇਖ ਲਿਖਿਆ, ਤਾਂ ਮਨੁੱਖਾ ਜੀਵਨ ਵਿੱਚ ਆ ਕੇ ਵੀ ਅਸੀਂ ਉਸ ਤੋਂ ਵਿਛੜੇ ਹੀ ਰਹਿ ਜਾਂਦੇ ਹਾਂ। ਤੇ ਜਦੋਂ ਸਾਡੇ ਮੱਥੇ ਉੱਤੇ ਅਕਾਲ ਪੁਰਖ ਜੀ ਸੰਜੋਗ ਦਾ ਲੇਖ ਲਿਖ ਦਿੰਦੇ ਹਾਂ ਤੇ ਫਿਰ ਸਾਡੀ ਮਿਲਾਪ ਦੀ ਅਵਸਥਾ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਤੋ ਇਹ ਵੀ ਗੱਲ ਇਹ ਹੈ ਕਿ ਅਕਾਲ ਪੁਰਖ ਦੀ ਰਜ਼ਾ ਹੈ। ਹੁਣ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਸਭ ਕੁਝ ਪ੍ਰਾਪਤ ਕਰਨਾ ਹੈ ਤੇ ਰਜ਼ਾ ਦੇ ਵਿੱਚ ਰਹਿਣ ਦੀ ਜਾਚ ਜੋ ਹੈ ਉਹ ਸਾਨੂੰ ਗੁਰੂ ਤੋਂ ਪ੍ਰਾਪਤ ਹੋਣੀ ਹੈ।
ਗੁਰੂ ਦੇ ਦੱਸੇ ਰਾਹ ਉੱਤੇ ਚੱਲ ਕੇ ਪ੍ਰਾਪਤ ਹੋਣੀ ਹੈ। ਤੋ ਇਸੇ ਤਰ੍ਹਾਂ ਹੀ ਇਸ ਤੋਂ ਅੱਗੇ ਵੀ ਸਤਿਗੁਰੂ ਜੀ ਇਹੀ ਉਪਦੇਸ਼ ਦਿੰਦੇ ਹਨ ਕਿ ਬਖਸ਼ਿਸ਼ ਵੀ ਉਸੇ ਨੂੰ ਮਿਲਣੀ ਹੈ ਜਦੋਂ ਮਿਹਰਬਾਨ ਪ੍ਰਭੂ ਦੀ ਮਿਹਰ ਪ੍ਰਾਪਤ ਹੁੰਦੀ ਹੈ। ਹੁਣ ਇਸ ਪੰਕਤੀ ਦੇ ਵਿੱਚ ਸਤਿਗੁਰੂ ਜੀ ਨੇ ਪਹਿਲਾਂ ਅੱਗੇ ਸਾਨੂੰ ਇਸ ਤੋਂ ਪਹਿਲਾਂ ਸ਼ਬਦ ਦੇ ਵਿੱਚ ਸੋ ਪੁਰਖ ਦੇ ਸ਼ਬਦ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਪਾਂ ਆਦਿਕ ਦੀ ਗੱਲ ਕੀਤੀ ਸੀ। ਹੁਣ ਫਿਰ ਸਤਿਗੁਰੂ ਜੀ ਉਸੇ ਹੀ ਲਾਈਨ ਦੇ ਉੱਤੇ ਦੁਬਾਰਾ ਉਪਦੇਸ਼ ਦੇ ਰਹੇ ਹਨ ਕਿ ਸਹਿਜੇ ਹੀ ਹਰ ਨਾਮ ਸਮਾਇਆ। ਜਿਵੇਂ ਉੱਥੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਤੱਕ ਅਸੀਂ ਉਹਨੂੰ ਭਾ ਨਹੀਂ ਜਾਂਦੇ ਉਦੋਂ ਤੱਕ ਅਸੀਂ ਆਪਣੇ ਜੀਵਨ ਦੀ ਮੰਜ਼ਿਲ ਪ੍ਰਾਪਤ ਨਹੀਂ ਕਰ ਸਕਦੇ, ਤੇ ਸਾਨੂੰ ਤਪਾਂ ਔਰ ਇਹ ਹਠ ਕਰਮ ਜਿਹੜੇ ਹਨ, ਕਰਮ ਕਾਂਡ ਹਨ, ਉਹ ਕਿਤੇ ਨਹੀਂ ਲਿਜਾ ਸਕਦੇ। ਇੱਥੇ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਦੋਂ ਅਸੀਂ ਅਕਾਲ ਪੁਰਖ ਦੇ ਲੜ ਲੱਗ ਜਾਂਦੇ ਹਾਂ, ਉਹਦੀ ਰਜ਼ਾ ਵਾਲਾ ਜੀਵਨ ਜੀਣਾ ਸ਼ੁਰੂ ਕਰ ਦਿੰਦੇ ਹਾਂ, ਤਾਂ ਸਹਿਜੇ ਹੀ ਹਰ ਨਾਮ ਸਮਾਇਆ। ਫਿਰ ਸਹਿਜ ਅਵਸਥਾ ਹੈ, ਹਰ ਨਾਮ ਸਮਾਇਆ, ਭਾਵ ਸਾਡੇ ਜੀਵਨ ਦੇ ਵਿੱਚ ਸਹਿਜ ਦੀ ਅਵਸਥਾ ਦੇ ਮੁਤਾਬਕ ਹੀ, ਭਾਵ ਜਦੋਂ ਇਹ ਦਾਤ ਪ੍ਰਾਪਤ ਹੁੰਦੀ ਹੈ ਤਾਂ ਫਿਰ ਉਸ ਦੀ ਯਾਦ ਨੂੰ, ਉਹਦੇ ਗੁਣਾਂ ਨੂੰ ਚੇਤੇ ਕਰਨ ਵਾਸਤੇ ਵੀ ਸਾਨੂੰ ਕੋਈ ਐਫਰਟ, ਤਰੱਦਦ ਨਹੀਂ ਕਰਨਾ ਪੈਂਦਾ। ਸਾਡੇ ਪੂਰੇ ਜੀਵਨ ਦੇ ਵਿੱਚ ਸਹਿਜ ਅਵਸਥਾ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਜੋ ਅਕਾਲ ਪੁਰਖ ਦਾ ਨਾਮ ਹੈ ਉਹ ਸਾਡੇ ਜੀਵਨ ਦੇ ਵਿੱਚ ਸਮਾ ਜਾਂਦਾ ਹੈ ਕਿ ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਉਹ ਜਿਸ ਨੇ ਵੀ ਅਕਾਲ ਪੁਰਖ ਦੀ ਸੇਵਾ ਕੀਤੀ ਹੈ, ਭਾਵ ਉਹਦੇ ਨਾਮ ਨਾਲ ਜੁੜਿਆ ਹੈ, ਉਹਨੂੰ ਪਰਮ ਸੁਖ ਦੀ ਪ੍ਰਾਪਤੀ ਹੈ ਔਰ ਉਹ ਸਹਿਜ ਅਵਸਥਾ, ਅਡੋਲਤਾ ਦੇ ਵਿੱਚ ਹੀ ਰਹਿੰਦਿਆਂ ਹੋਇਆਂ ਉਸ ਪ੍ਰਭੂ ਦੇ ਨਾਮ ਦੇ ਵਿੱਚ ਸਮਾਇਆ, ਭਾਵ ਲੀਨ ਹੋ ਜਾਂਦਾ ਹੈ। ਤਾਂ ਫਿਰ ਉਹਨੂੰ ਜੋ ਨਾਮ ਦੇ ਨਾਲ ਜੁੜਨ ਵਾਸਤੇ ਉਹ ਕੋਈ ਕਿਸੇ ਕਿਸਮ ਦੀਆਂ ਕਿਰਿਆਵਾਂ ਦੀ ਲੋੜ ਨਹੀਂ ਪੈਂਦੀ। ਇਹ ਸਹਿਜ ਅਵਸਥਾ, ਅਡੋਲ ਅਵਸਥਾ ਜਦੋਂ ਨਿਰੰਤਰ ਚੱਲਣ ਵਾਲੀ ਜਿਹੜੀ ਸਾਡੀ ਅਵਸਥਾ ਬਣ ਜਾਂਦੀ ਹੈ, ਤੇ ਫਿਰ ਨਾਮ ਜੋ ਹੈ ਉਹ ਸਾਡੇ ਜੀਵਨ ਦੇ ਵਿੱਚ ਸਮਾ ਜਾਂਦਾ ਹੈ। ਤੋ ਇੱਥੇ ਵੀ ਸਤਿਗੁਰੂ ਜੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜ ਕੇ ਸਹਿਜ ਅਵਸਥਾ ਦੀ ਪ੍ਰਾਪਤੀ ਕਰ ਰਹੇ ਹਨ। ਤੇ ਅੰਤ ਵਿੱਚ ਸਤਿਗੁਰੂ ਜੀ ਬਿਲਕੁਲ ਅਖੀਰ ਦੇ ਉੱਤੇ ਜੋ ਸਾਨੂੰ ਦੇ ਰਹੇ ਹਨ ਉਪਦੇਸ਼ ਕਿ ਜਦੋਂ ਤੱਕ ਗੁਰੂ ਦੀ ਸ਼ਰਨ ਦੇ ਵਿੱਚ ਅਸੀਂ ਪੈ ਕੇ, ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਪਵਾਂਗੇ, ਉਦੋਂ ਹੀ ਅਕਾਲ ਪੁਰਖ ਸਾਡੇ ਹਿਰਦੇ ਦੇ ਅੰਦਰ ਪ੍ਰਗਟ ਹੁੰਦਾ ਹੈ, ਸਾਡੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਹੈ। ਤੋ ਲਾਸਟ ਜਿਹੜੀ ਪੌੜੀ ਹੈ, ਚੌਥੀ ਪੌੜੀ ਹੈ ਇਸ ਸ਼ਬਦ ਦੀ, ਉਹਦੇ ਵਿੱਚ ਸਤਿਗੁਰੂ ਫਰਮਾ ਰਹੇ ਹਨ ਕਿ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਲ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਭਾਵ ਅਸੀਂ ਅਗਰ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜਨਾ ਹੈ ਤਾਂ ਫਿਰ ਉਸ ਅਕਾਲ ਪੁਰਖ ਦੇ ਨਾਲ ਜੁੜਨ ਦਾ ਰਾਹ ਜਿਹੜਾ ਹੈ ਉਹ ਗੁਰੂ ਤੋਂ ਹੀ ਸਾਨੂੰ ਪੁੱਛਣਾ ਪਏਗਾ। ਗੁਰੂ ਦੀ ਸ਼ਰਨ ਵਿੱਚ ਜਾ ਕੇ ਉਸ ਦੇ ਉਪਦੇਸ਼ ਨੂੰ ਧਾਰਨ ਕਰਦਿਆਂ ਹੋਇਆਂ, ਉਪਦੇਸ਼ ਨੂੰ ਧਾਰਨ ਕਰਕੇ ਜੀਵਨ ਦੇ ਵਿੱਚ ਪ੍ਰਗਟ ਕਰਦਿਆਂ ਹੋਇਆਂ ਜਦੋਂ ਅਸੀਂ ਉਹ ਜੀਵਨ ਜੀਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਫਿਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਗੁਰੂ ਦੀ ਸ਼ਰਨ ਦੇ ਨਾਲ ਹੀ, ਗੁਰੂ ਦੇ ਗੁਰਮੁਖ ਬਣਿਆ ਹੀ, ਭਾਵ ਗੁਰੂ ਦੇ ਸਿੱਖਿਆ ਦੇ ਮੁਤਾਬਕ ਜੀਵਨ ਜਿਉਂਦਿਆਂ ਹੀ ਸਾਡੇ ਅੰਦਰ ਪਰਮਾਤਮਾ ਜੋ ਹੈ ਉਹ ਪ੍ਰਗਟ ਹੁੰਦਾ ਹੈ। ਤੋ ਇਉਂ ਸਤਿਗੁਰੂ ਜੀ ਇੱਥੇ ਫੇਰ ਸਾਨੂੰ ਦੁਬਾਰਾ ਉਸ ਗੱਲ ਵੱਲ ਲੈ ਕੇ ਜਾਂਦੇ ਹਨ ਕਿ ਅਸੀਂ ਰਜ਼ਾ ਦਾ ਜੀਵਨ ਜੀਣਾ ਹੈ। ਨਾਮ ਜੋ ਹੈ ਉਹ ਸਾਡੇ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਸਾਨੂੰ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਪਏਗਾ। ਤੇ ਇਉਂ ਇਹਨਾਂ ਦੋ ਸ਼ਬਦਾਂ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਅਸੀਂ ਅਕਾਲ ਪੁਰਖ ਨਾਲ ਜੁੜਨਾ ਹੈ, ਉਹਦੇ ਸਿਮਰਨ, ਨਾਮ ਸਿਮਰਨ ਰਾਹੀਂ ਜੁੜਨਾ ਹੈ, ਉਹਦੀ ਰਜ਼ਾ ਦੇ ਵਿੱਚ ਜੋ ਅਸੀਂ ਜੀਵਨ ਜੀਣਾ ਹੈ ਉਹਦੇ ਰਾਹੀਂ ਜੁੜਨਾ ਹੈ, ਅਕਾਲ ਪੁਰਖ ਦੇ ਗੁਣਾਂ ਨੂੰ ਚੇਤੇ ਕਰਨਾ ਹੈ, ਨਾ ਕਿ ਕਿਸੇ ਕਿਰਿਆ ਨੂੰ ਅਕਾਲ ਪੁਰਖ ਦੇ ਨਾਲ ਜੁੜਨ ਦਾ ਸਾਧਨ ਮੰਨਣਾ ਹੈ। ਅਸੀਂ ਉਹਦੇ ਗੁਣਾਂ ਨੂੰ ਚੇਤੇ ਕਰਦੇ ਹੋਏ, ਸਿਫਤ ਸਲਾਹ ਕਰਦੇ ਹੋਏ, ਸਾਡਾ ਜੋ ਮੰਤਵ ਹੈ ਉਹ ਇਹ ਹੈ ਕਿ ਉਹਨੂੰ ਯਾਦ ਕਰਦੇ, ਉਹਦੀ ਸਿਫਤ ਸਲਾਹ ਕਰਦੇ ਹੋਏ ਉਹ ਗੁਣ ਸਾਡੇ ਹਿਰਦੇ ਵਿੱਚ, ਸਾਡੇ ਜੀਵਨ ਦੇ ਵਿੱਚ ਆਉਣ, ਤਾਂ ਕਿ ਅਸੀਂ ਪ੍ਰਭੂ ਜੀ ਨੂੰ ਭਾ ਸਕੀਏ, ਉਹਨਾਂ ਨੂੰ ਚੰਗੇ ਲੱਗੀਏ ਤੇ ਉਹ ਚੰਗੇ ਲੱਗ ਕੇ ਸਾਡੇ ਤੇ ਕਿਰਪਾ ਕਰਨ, ਸਾਡੇ ਜੀਵਨ ਨੂੰ
ਨਾਮ ਦੇ ਨਾਲ ਸ਼ਸ਼ਾਰ ਕਰ ਦੇਣ, ਸਾਨੂੰ ਗੁਰੂ ਦੇ ਨਾਲ ਮਿਲਾਉਣ, ਗੁਰੂ ਦੀ ਸਿੱਖਿਆ ਉੱਤੇ ਚੱਲਣ ਦਾ ਬਲ ਬਖਸ਼ਣ, ਤੇ ਤਾਂ ਹੀ ਅਸੀਂ ਆਪਣਾ ਜੀਵਨ ਜੋ ਹੈ ਉਹ ਸਫਲ ਕਰ ਸਕਦੇ ਹਾਂ। ਤੋ ਅਗਲੇ ਸ਼ਬਦ ਜੋ ਹੈ ਉਹਦਾ ਰਹਾਉ ਦੀ ਪੰਕਤੀ ਜਿਹੜੀ ਹੈ, ਜਿਹੜਾ ਸ਼ਬਦ ਹੈ, ਤਿਤ ਸਰਵਰੜੈ ਭਈ ਲੈ ਨਿਵਾਸਾ। ਹੁਣ ਸਤਿਗੁਰੂ ਜੀ ਸਾਨੂੰ ਇੱਕ ਕਿਸਮ ਨਾਲ ਇਹ ਉਪਦੇਸ਼ ਦੇ ਕੇ ਕਿ ਅਸੀਂ ਨਾਮ ਸਿਮਰਨ ਨਾਲ ਜੁੜਨਾ ਹੈ, ਅਕਾਲ ਪੁਰਖ ਦੇ ਨਾਲ ਜੁੜਨਾ ਹੈ, ਉਹਦੇ ਸਾਨੂੰ ਸਾਰਾ ਕੁਝ ਦੱਸ ਕੇ ਵੀ ਇਹਦੇ ਕੀ ਕੀ ਫਾਇਦੇ ਹਨ, ਸਾਡਾ ਜੀਵਨ ਕੈਸਾ ਬਣ ਜਾਏਗਾ, ਕਿਸ ਤਰ੍ਹਾਂ ਗੁਰੂ ਦੀ ਸ਼ਰਨ ਪੈ ਕੇ ਅਸੀਂ ਨਾਮ ਦੇ ਨਾਲ ਜੁੜਨਾ ਹੈ। ਹੁਣ ਸਾਨੂੰ ਉਹ ਥੋੜਾ ਜਿਹਾ ਸਖਤੀ ਦੇ ਨਾਲ ਗੱਲ ਸਮਝਾ ਰਹੇ ਹਨ, ਦੂਜੇ ਪਾਸੇ ਤੁਰ ਕੇ, ਵੀ ਜੇ ਤੂੰ ਇਹ ਕੰਮ ਨਹੀਂ ਕਰਦਾ ਭਾਈ, ਫਿਰ ਤੇਰਾ ਕੀ ਹੈ, ਤੈਨੂੰ ਕੀ ਕੌਨਸੀਕੁਐਂਸਿਸ ਜਿਹੜੇ ਹਨ ਉਹ ਫੇਸ ਕਰਨੇ ਪੈਣਗੇ। ਔਰ ਉਹ ਸਾਨੂੰ ਕਹਿ ਰਹੇ ਹਨ ਕਿ ਮਨ, ਹੇ ਮੇਰੇ ਮਨ, ਮੂੜ ਬਣਾ, ਫਿਰ ਦੁਬਾਰਾ ਕਿਹਾ, ਮੇਰੇ ਮੂਰਖ ਮਨ, ਏਕ ਨਾ ਚੇਤਸ। ਭਾਵ ਤੂੰ ਇੱਕ ਪ੍ਰਭੂ ਨੂੰ ਯਾਦ ਨਹੀਂ ਕਰਦਾ, ਕਿਉਂ ਨਹੀਂ ਕਰ ਰਿਹਾ? ਇਹ ਮੂਰਖ ਮਨ, ਤੂੰ ਪ੍ਰਭੂ ਨੂੰ ਯਾਦ ਕਿਉਂ ਨਹੀਂ ਕਰ ਰਿਹਾ? ਕੀ ਤੈਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਉਸ ਪ੍ਰਭੂ ਨੂੰ ਯਾਦ ਨਾ ਕਰਨ ਨਾਲ, ਉਹਦੇ ਗੁਣ ਨਾ ਗਾਉਣ ਦੇ ਨਾਲ ਤੇਰੀ ਕੀ ਹਾਲਤ ਹੋ ਜਾਏਗੀ? ਤਾਂ ਦੂਜੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਹਰ ਬਿਸਰਤ ਤੇਰੇ ਗੁਣ ਗਲਿਆ, ਕਿ ਜਿਉਂ-ਜਿਉਂ ਤੂੰ ਪ੍ਰਭੂ ਨੂੰ ਵਿਸਾਰ ਰਿਹਾ ਹੈ, ਭਾਵ ਤੂੰ ਉਹਦੇ ਨਾਲ ਜੁੜਿਆ ਨਹੀਂ ਹੋਇਆ, ਉਹਦੇ ਸਿਮਰਨ ਦੇ ਵਿੱਚ ਨਹੀਂ ਹੈ, ਉਹਦੀ ਯਾਦ ਦੇ ਵਿੱਚ ਨਹੀਂ ਹੈ, ਤੇਰੇ ਗੁਣ ਗਲਿਆ। ਹੁਣ ਤੇਰੇ ਜਿਹੜੇ ਗੁਣ ਹਨ ਉਹ ਗਲਦੇ ਜਾ ਰਹੇ ਹਨ। ਗਲਨ ਦਾ ਕੀ ਭਾਵ ਹੈ? ਕਿ ਤੇਰੇ ਜਿਹੜੇ ਗੁਣ ਹਨ ਉਹ ਘਟਦੇ ਜਾ ਰਹੇ ਹਨ। ਜਦੋਂ ਕੋਈ ਚੀਜ਼ ਗਲਦੀ ਹੈ, ਉਹਦੀ ਯੂਟਿਲਿਟੀ, ਉਹਦਾ ਵੋਲਿਊਮ, ਉਹ ਸਭ ਕੁਝ ਘਟਣਾ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਕਿ ਤੇਰੇ ਗੁਣ ਗਲੀ ਜਾ ਰਹੇ ਹਨ, ਭਾਵ ਜਿੰਨੇ ਗੁਣ ਪਹਿਲਾਂ ਸਨ, ਹੁਣ ਉਹ ਗੁਣ ਘਟਦੇ ਜਾ ਰਹੇ ਹਨ। ਤੇ ਇਹ ਗੁਣ ਕਿਹੜੇ ਹਨ? ਇਹ ਗੁਣਾਂ ਦੀ ਗੱਲ, ਉਹਨਾਂ ਗੁਣਾਂ ਦੀ ਗੱਲ ਹੋ ਰਹੀ ਹੈ ਜਿਹੜੇ ਸਾਨੂੰ ਅਕਾਲ ਪੁਰਖ ਦੇ ਨਾਲ ਜੋੜਨ ਵਾਲੇ ਗੁਣ ਹਨ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਤੂੰ ਉਸ ਅਕਾਲ ਪੁਰਖ ਨੂੰ ਯਾਦ ਨਹੀਂ ਕਰ ਰਿਹਾ। ਤੇ ਹੋ ਇਹ ਰਿਹਾ ਹੈ ਕਿ ਜੇ ਤੇਰੇ ਅੰਦਰ ਕੋਈ ਗੁਣ ਹੈ ਵੀ ਅਕਾਲ ਪੁਰਖ ਨੂੰ ਜਿਹੜਾ ਚੰਗਾ ਲੱਗਦਾ ਹੈ, ਉਹ ਵੀ ਉਸ ਦੇ ਨਾਲ ਨਾ ਜੁੜਨ ਕਰਕੇ ਉਹ ਘਟਦਾ ਜਾ ਰਿਹਾ ਹੈ। ਤੇਰਾ ਜੀਵਨ ਜੋ ਹੈ ਉਹ ਵਿਅਰਥ ਜਾਂਦਾ ਜਾ ਰਿਹਾ ਹੈ। ਤਾਂ ਹੁਣ ਹੁੰਦਾ ਤਾਂ ਇਹ ਹੈ ਕਿ ਅਸੀਂ ਕਰਦੇ ਕੀ ਹਾਂ, ਕਿ ਅਸੀਂ ਐਸੇ ਢੰਗ ਲੱਭਦੇ ਹਾਂ ਕਿ ਜਿਹਦੇ ਨਾਲ ਅਸੀਂ ਸੌਖੇ ਤਰੀਕੇ ਦੇ ਨਾਲ ਆਪਣਾ ਕੰਮ ਚਲਾ ਲਈਏ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਕਈ ਕੰਮ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਸੌਖੇ ਤਰੀਕਿਆਂ ਦੇ ਨਾਲ ਅਸੀਂ ਰਸਤਾ ਨਹੀਂ ਲੱਭ ਸਕਦੇ। ਹੁਣ ਸੌਖੇ ਤਰੀਕੇ ਕੀ ਹਨ? ਉਹ ਹਨ ਕਿ ਅਸੀਂ ਨਾਮ ਸਿਮਰਨ ਨਾਲ ਨਾ ਜੁੜੀਏ, ਹੋਰ ਕੋਈ ਢੰਗ ਲੱਭ ਲਈਏ ਜਿਹੜੇ ਕਿ ਅਸੀਂ ਸਰੀਰਕ ਤੌਰ ਦੇ ਉੱਤੇ, ਦੁਨਿਆਵੀ ਤੌਰ ਦੇ ਉੱਤੇ ਕਰਕੇ ਇਹ ਸਮਝੀਏ ਕਿ ਸਾਡੇ ਜਿਹੜੇ ਨੇ ਉਹ ਇਹ ਗੁਣ ਸਾਡੇ ਅੰਦਰ ਪੈਦਾ ਹੋ ਗਏ, ਲੋਕ ਸਾਨੂੰ ਦਾਨੀ ਕਹਿਣ ਲੱਗ ਗਏ, ਵੱਡੇ ਵੱਡੇ ਆਦਮੀ ਕਹਿਣੇ ਸ਼ੁਰੂ ਹੋ ਗਏ, ਗੁਣਾਂ ਵਾਲੇ ਕਹਿਣੇ ਸ਼ੁਰੂ ਹੋ ਗਏ, ਵਿਦਿਆ ਪ੍ਰਾਪਤ ਕਰ ਲਈ ਅਸੀਂ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਨਹੀਂ, ਇਸ ਤਰ੍ਹਾਂ ਨਹੀਂ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਕਤ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿੰਤੂ ਨਾਹੀ ਵਿਸਰਿਆ। ਭਾਵ ਕਿ ਬਈ ਜਦੋਂ ਤੱਕ ਅਸੀਂ ਉਸ ਅਕਾਲ ਪੁਰਖ ਦੇ ਨਾਲ ਨਹੀਂ ਜੁੜਦੇ, ਉਦੋਂ ਤੱਕ ਸਾਡੇ ਇਹ ਜਿਹੜੇ ਅਖੌਤੀ ਗੁਣ ਹਨ, ਜਤੀ ਸਤੀ ਪੜਿਆ, ਇਹ ਸਭ ਹੁੰਦਿਆਂ ਸੁਣਦਿਆਂ ਵੀ ਸਾਡਾ ਜੋ ਜੀਵਨ ਹੈ ਉਹ ਮੂਰਖ ਮੁਗਧ ਵਾਲਾ ਜੀਵਨ ਹੈ। ਤਾਂ ਫਿਰ ਰਸਤਾ ਕੀ ਹੈ? ਕਿਉਂਕਿ ਜੀਵਨ ਬੜਾ ਔਖਾ ਹੈ। ਜਿਵੇਂ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਹੈ ਕਿ ਬਈ ਇਹ ਜਗਤ ਜੋ ਹੈ ਇੱਕ ਐਸਾ ਤਲਾਬ ਹੈ ਜਿਹੜਾ ਚਿੱਕੜ ਨਾਲ ਭਰਿਆ, ਜਿਹਦੇ 'ਚ ਕਦਮ ਵੀ ਪੁੱਟਣਾ ਔਖਾ ਹੈ। ਆਲੇ ਦੁਆਲੇ ਸਾਡੇ ਅੱਗ ਬਲ ਰਹੀ ਹੈ ਤ੍ਰਿਸ਼ਨਾ ਦੀ, ਮੋਹ ਨੇ ਸਾਡੇ ਕਦਮ ਨਹੀਂ ਪੁੱਟਣ ਦੇ ਰਿਹਾ ਸਾਨੂੰ, ਆਲੇ ਦੁਆਲੇ ਸਾਡੇ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਤੇ ਇਹ ਤਾਂ ਇੱਕ ਪੱਕਾ ਢੰਗ ਹੈ ਕਿ ਵੀ ਅਸੀਂ ਇੱਥੇ ਹਮ ਦੇਖਾ ਤਾਂ ਡੂਬੀ ਹਲੇ, ਵੀ ਸਾਡੀ ਵੀ ਉਹੀ ਅਵਸਥਾ ਹੋਣੀ ਹੈ ਜਿਵੇਂ ਅਸੀਂ ਦੁਨੀਆ ਨੂੰ ਦੇਖ ਰਹੇ ਹਾਂ, ਉਹ ਮੋਹ ਵਿੱਚ ਫਸੇ ਹੋਏ, ਤ੍ਰਿਸ਼ਨਾ ਵਿੱਚ ਫਸੇ ਹੋਏ ਆਪਣਾ ਜਨਮ ਗਵਾ ਰਹੇ ਹਾਂ। ਤੇ ਅਸੀਂ ਆਪਣਾ ਜੀਵਨ ਜੋ ਹੈ ਉਹ ਦੂਜੇ ਢੰਗਾਂ ਦੇ ਨਾਲ ਸਮਝਦੇ ਹਾਂ ਕਿ ਸ਼ਾਇਦ ਅਸੀਂ ਸਫਲ ਕਰ ਲਵਾਂਗੇ, ਜਤੀ ਸਤੀ ਤੇ ਪੜਿਆ ਵਾਲੀ ਗੱਲ ਕਰਕੇ। ਤਾਂ ਫਿਰ ਢੰਗ ਕੀ ਹੈ? ਸਤਿਗੁਰੂ ਕਹਿ ਰਹੇ ਹਨ ਕਿ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਹੋਈਏ
ਜਿੱਥੇ ਸਾਡੇ ਗੁਣ ਨਾ ਗਲਣ। ਤਾਂ ਅੰਤਲੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਦੱਸ ਰਹੇ ਹਨ ਕਿ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਹੁਣ ਇੱਥੇ ਸਤਿਗੁਰੂ ਜੀ ਸਾਨੂੰ ਪ੍ਰੇਰਨਾ ਕਰ ਰਹੇ ਹਨ ਕਿ ਭਾਈ ਉਹਨਾਂ ਦੀ ਸ਼ਰਨ ਦੇ ਵਿੱਚ ਜਾ, ਜਿਹੜੇ ਪ੍ਰਭੂ ਨੂੰ ਚੇਤੇ ਰੱਖਦੇ ਹਨ, ਜਿਹੜੇ ਪ੍ਰਭੂ ਨੂੰ ਕਦੀ ਵਿਸਾਰਦੇ ਨਹੀਂ। ਤੋਂ ਉਹਨਾਂ ਦੀ ਸ਼ਰਨ ਦੇ ਵਿੱਚ ਕਿਵੇਂ ਜਾਣਾ ਹੈ? ਉਹ ਸਾਡੇ ਕੋਲ ਸਾਧਨ ਹੈ ਸਤ ਸੰਗਤ ਦਾ, ਜਿੱਥੇ ਗੁਰੂ ਦੀ ਸਿੱਖਿਆ ਦੀ ਵਿਚਾਰ ਹੋਵੇ, ਅਕਾਲ ਪੁਰਖ ਦੀ, ਪ੍ਰਭੂ ਦੀ ਵਿਚਾਰ ਹੋਵੇ, ਉਹਦੇ ਗੁਣ ਗਾਏ ਜਾਣ। ਤੋਂ ਸਤਿਗੁਰੂ ਕਹਿੰਦੇ ਹਨ ਕਿ ਇੱਕੋ ਇੱਕ ਢੰਗ ਹੈ ਕਿ ਸਾਡੀ ਉਹ ਅਵਸਥਾ ਨਾ ਬਣੇ, ਮਨ ਏਕ ਨ ਚੇਤਸ ਮੂੜ ਮਨਾ। ਉਸ ਪ੍ਰਭੂ ਨੂੰ ਨਾ ਚਿਤਾਰਨ ਵਾਲੀ ਜਾਂ ਪ੍ਰਭੂ ਨੂੰ ਵਿਸਾਰਨ ਵਾਲੀ ਜਿਹੜੀ ਅਵਸਥਾ ਬਣਦੀ ਹੈ, ਜਿਹਦੇ ਨਾਲ ਸਾਡੇ ਗੁਣ ਗਲ ਜਾਂਦੇ ਹਨ, ਉਸ ਤੋਂ ਬਚਣ ਦਾ ਇੱਕੋ ਹੀ ਢੰਗ ਹੈ ਕਿ ਅਸੀਂ ਸਤ ਸੰਗਤ ਦੀ ਸ਼ਰਨ ਦੇ ਵਿੱਚ ਜਾਈਏ, ਉਹਨਾਂ ਭਲੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਜਾਈਏ, ਜਿਹੜੇ ਆਪ ਉਸ ਪ੍ਰਭੂ ਦੇ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਕਦੀ ਉਹ ਵਿਸਰਦਾ ਹੀ ਨਹੀਂ, ਅਕਾਲ ਪੁਰਖ। ਤਾਂ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਉਹਦੀ ਯਾਦ ਸਮਾਈ ਰਹਿੰਦੀ ਹੈ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਹਨਾਂ ਦੀ ਸ਼ਰਨ ਦੇ ਵਿੱਚ ਜਾ, ਉਹਨਾਂ ਦੀ ਸ਼ਰਨ ਦੇ ਵਿੱਚ ਜਾ ਕੇ ਕੀ ਕਰ ਕਿ ਉਹ ਬੇਨਤੀ ਕਰ ਉਹਨਾਂ ਨੂੰ ਕਿ ਮੈਨੂੰ ਵੀ ਤੁਸੀਂ ਆਪਣੇ ਨਾਲ ਲਗਾਓ, ਆਪਣੀ ਸੰਗਤ ਦੇ ਵਿੱਚ ਰੱਖੋ, ਮੈਨੂੰ ਵੀ ਆਪਣੇ ਗੁਣ ਬਖਸ਼ੋ, ਮੈਨੂੰ ਵੀ ਮੇਰੀ ਉਂਗਲ ਫੜ ਕੇ ਵੀ ਤੁਸੀਂ ਆਪਣੇ ਨਾਲ ਤੋਰੋ। ਤੇ ਜਦੋਂ ਅਸੀਂ ਸਤ ਸੰਗਤ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਤਾਂ ਫਿਰ ਅਸੀਂ ਇਸ ਜਨਮ ਨੂੰ ਅਸੀਂ ਸਫਲਾ ਕਰ ਸਕਦੇ ਹਾਂ। ਫਿਰ ਉਹ ਜਗਤ ਜਿਹੜਾ ਮੋਹ ਦੇ ਚਿੱਕੜ ਨਾਲ ਭਰਿਆ ਹੈ, ਤ੍ਰਿਸ਼ਨਾ ਦੀ ਅਗਨ ਨਾਲ ਭਰਿਆ ਹੈ, ਜਿਹਦੇ ਵਿੱਚ ਸਾਰੀ ਦੁਨੀਆ ਡੁੱਬ ਰਹੀ ਹੈ, ਫਿਰ ਉਸ ਜਗਤ ਦੇ ਵਿੱਚੋਂ ਅਸੀਂ ਜੋ ਹੈ ਉਹ ਫਿਰ ਅਸੀਂ ਇਹਨੂੰ ਸਫਲਾ ਕਰ ਸਕਦੇ ਹਾਂ। ਤਾਂ ਸਤ ਸੰਗਤ ਦੀ ਮਹਾਨਤਾ ਸਤਿਗੁਰੂ ਸਾਨੂੰ ਇਸ ਸ਼ਬਦ ਦੇ ਵਿੱਚ ਦੱਸ ਰਹੇ ਹਨ ਕਿ ਮੈਂ ਉਹਨਾਂ ਦੀ ਸ਼ਰਨ ਦੇ ਵਿੱਚ, ਇਹ ਸੱਚੇ ਪਾਤਸ਼ਾਹ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਤਾਂ ਮੈਨੂੰ ਵੀ ਉਹਨਾਂ ਗੁਰਮੁਖਾਂ ਦੀ ਸ਼ਰਨ ਦੇ ਵਿੱਚ ਰੱਖ, ਜਿਨ੍ਹਾਂ ਨੂੰ ਤੂੰ ਵਿਸਰਦਾ ਨਹੀਂ, ਕਦੀ ਤੈਨੂੰ ਭੁੱਲਦਾ ਨਹੀਂ, ਭਾਵ ਤੇਰੀ ਯਾਦ ਕਦੇ ਭੁੱਲਦੀ ਨਹੀਂ ਜਿਨ੍ਹਾਂ ਨੂੰ। ਤਾਂ ਹੁਣ ਸਤਿਗੁਰੂ ਜੀ ਕਹਿ ਰਹੇ ਹਨ ਕਿ ਗੁਣ ਗਲਿਆ ਤੋਂ ਉਸ ਅਵਸਥਾ ਦੇ ਵਿੱਚ ਅਸੀਂ ਪਹੁੰਚਣਾ ਹੈ, ਜਿੱਥੇ ਅਸੀਂ ਇਹ ਮੋਹ ਦੇ ਚਿੱਕੜ ਵਾਲੇ ਜਗਤ ਨੂੰ, ਤ੍ਰਿਸ਼ਨਾ ਦੀ ਅਗਨ ਵਾਲੇ ਜਗਤ ਨੂੰ ਅਸੀਂ ਪਾਰ ਕਰਨਾ ਹੈ। ਤੋ ਅੰਤਲਾ ਜੋ ਸ਼ਬਦ ਹੈ ਸਤਿਗੁਰੂ ਜੀ ਨੇ ਇਸ ਸੀਰੀਜ਼ ਦੇ ਵਿੱਚ ਜਿਹੜਾ ਹੈ ਉਹ ਸਾਡੇ ਲਈ ਇੱਕ ਵਿਸ਼ੇਸ਼ ਮਹੱਤਤਾ ਦੱਸਦਾ ਹੈ ਜੀ, ਕਿਉਂਕਿ ਇਹ ਉਹ ਸ਼ਬਦ ਹੈ ਜਿਹਨੂੰ ਅਸੀਂ ਬਾਰ-ਬਾਰ ਅਸੀਂ ਸਾਡੇ ਕਥਾਕਾਰ ਵੀ ਬਾਰ-ਬਾਰ ਕੋਟ ਕਰਦੇ ਹਨ ਕਿ ਸਾਡੇ ਜੀਵਨ ਦਾ ਮੰਤਵ ਕੀ ਹੈ ਔਰ ਅਸੀਂ ਇਹਨੂੰ ਕਿੱਦਾਂ ਪ੍ਰਾਪਤ ਕਰਨਾ ਹੈ। ਤਾਂ ਹੁਣ ਇਸ ਛੋਟੇ ਜਿਹੇ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਹਰ ਚੀਜ਼ ਜੋ ਹੈ ਉਹ ਬੜੇ ਸਟਰੋਂਗ ਲਫ਼ਜ਼ਾਂ ਦੇ ਵਿੱਚ, ਬੜੇ ਕਲੀਅਰ ਲਫ਼ਜ਼ਾਂ ਦੇ ਵਿੱਚ ਸਾਨੂੰ ਸਮਝਾ ਦਿੱਤੀ ਹੈ। ਇਹਦੀ ਆਪਾਂ ਥੋੜੀ ਜਿਹੀ ਵਿਚਾਰ ਜੋ ਹੈ ਉਹ ਆਪਾਂ ਇਸ ਢੰਗ ਨਾਲ ਕਰੀਏ ਕਿ ਤਾਂ ਕਿ ਜੋ ਮੈਸੇਜ ਹੈ ਇਹ ਇੱਕ ਕਿਸਮ ਦਾ ਨਿਚੋੜ ਹੈ ਇਹਨਾਂ ਚਾਰਾਂ ਸ਼ਬਦਾਂ ਦਾ। ਰਹਾਉ ਦੀ ਪੰਕਤੀ ਦੇ ਵਿੱਚ, ਰਹਾਉ ਦੇ ਪਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ ਕਿ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ। ਕਿ ਭਾਈ ਇਹ ਜਗਤ ਜੋ ਹੈ ਇਹ ਆਪਾਂ ਪਿੱਛੇ ਪੜ੍ਹਿਆ ਹੈ, ਮੋਹ ਦਾ ਤੇ ਤ੍ਰਿਸ਼ਨਾ ਦਾ ਸਾਗਰ ਹੈ, ਜਿਹਦੇ ਵਿੱਚ ਸਾਰਾ ਜਗਤ ਫਸਿਆ ਹੋਇਆ ਹੈ, ਸੜ ਰਿਹਾ ਹੈ। ਤੇ ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜੋ ਮਾਇਆ ਦੇ ਪਿਆਰ ਦੇ ਵਿੱਚ ਤੇਰਾ ਜਨਮ ਵੀ ਜੋ ਹੈ ਉਹ ਬਿਰਥਾ ਜਾ ਰਿਹਾ ਹੈ। ਬਿਰਥਾ ਜਾ ਰਿਹਾ ਦਾ ਭਾਵ ਹੈ ਵਿਅਰਥ ਜਾ ਰਿਹਾ ਹੈ, ਕਿਉਂਕਿ ਜਦੋਂ ਅਸੀਂ ਸਿਰਫ ਮਾਇਆ ਦੇ ਪਿਆਰ ਦੇ ਵਿੱਚ ਪੈ ਜਾਂਦੇ ਹਾਂ, ਰੰਗ ਮਾਇਆ ਭਾਵ ਹੈ ਕਿ ਮਾਇਆ ਦੇ ਰੰਗ ਭਾਵ, ਮਾਇਆ ਦੇ ਪ੍ਰੇਮ, ਮਾਇਆ ਦੇ ਮੋਹ ਦੇ ਵਿੱਚ ਪੈ ਜਾਂਦੇ ਹਾਂ, ਤਾਂ ਫਿਰ ਇਹ ਜਨਮ ਜੋ ਹੈ ਉਹ ਬਿਰਥਾ ਚਲਾ ਜਾਂਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਤੇਰਾ ਜਨਮ ਇਹ ਬਿਰਥਾ ਜਾ ਰਿਹਾ ਹੈ ਤੇ ਹੁਣ ਤੈਨੂੰ ਇਹ ਬਣਦਾ ਹੈ ਕਿ ਤੂੰ ਤਿਆਰੀ ਕਰ, ਆਪਣਾ ਆਹਰ ਕਰ ਕਿ ਕਿਸ ਤਰੀਕੇ ਦੇ ਨਾਲ ਇਹ ਜਗਤ ਤਰਨਾ ਹੈ, ਇਸ ਜਗਤ ਤੋਂ ਪਾਰ ਕਿਵੇਂ ਹੋਣਾ ਹੈ। ਹੁਣ ਇਹ ਸਾਰਾ ਕੁਝ ਜੋ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਇਹਨੂੰ ਤਰਨ ਦਾ ਇੱਕ ਮੌਕਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਹਨ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਹੀ ਇੱਕ ਮੌਕਾ ਹੈ ਜਗਤ ਸਮੁੰਦਰ ਨੂੰ ਤਰਨ ਦਾ।
ਹੋਰ ਕਿਸੇ ਜੂਨ ਨੂੰ ਇਹ ਕਿਰਪਾ ਪ੍ਰਾਪਤ ਨਹੀਂ ਹੈ ਕਿ ਉਹ ਅਕਾਲ ਪੁਰਖ ਦੇ ਨਾਲ ਜੁੜ ਕੇ, ਉਹਦੇ ਨਾਮ ਦੇ ਨਾਲ ਜੁੜ ਕੇ, ਉਹਦੇ ਗੁਣਾਂ ਦੇ ਨਾਲ ਜੁੜ ਕੇ ਇਸ ਜਗਤ ਨੂੰ ਤਰਨ ਦਾ ਜੋ ਹੈ ਉਹ ਪ੍ਰਬੰਧ ਕਰ ਸਕੇ, ਗੋਬਿੰਦ ਨੂੰ ਮਿਲਣ ਦਾ ਪ੍ਰਬੰਧ ਕਰ ਸਕੇ। ਇਹ ਕੇਵਲ ਇਹੀ ਮਨੁੱਖਾ ਦਿਉਰੀ ਹੈ, ਮਨੁੱਖਾ ਜੀਵਨ ਹੈ, ਮਨੁੱਖਾ ਦੇਹ ਹੈ, ਜਿਹਦੇ ਵਿੱਚ ਗੋਬਿੰਦ ਨੂੰ ਮਿਲਣ ਦਾ ਉਦਮ ਕੀਤਾ ਜਾ ਸਕਦਾ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਬਾਕੀ ਜਿਹੜੀਆਂ ਜੂਨੀਆਂ ਹਨ ਉਹ ਸਾਰੀਆਂ ਤੇਰੇ ਮਨੁੱਖਾ ਜੀਵਨ ਦੀਆਂ ਦਾਸੀਆਂ ਹਨ, ਉਹ ਕੇਵਲ ਤੇਰੀ ਸੇਵਾ ਦੇ ਵਾਸਤੇ ਹਨ। ਕਿਉਂ? ਤਾਂ ਕਿ ਤੂੰ ਇਸ ਜਗਤ ਨੂੰ ਤਰਨ ਦਾ ਜੋ ਉੱਤਮ ਮੰਤਵ ਹੈ, ਤੇਰਾ ਫਾਈਨਲ ਜਿਹੜਾ ਇੱਕ ਆਪਾਂ ਕਹੀਏ ਤੇਰਾ ਟਾਰਗੇਟ ਹੈ, ਉਹਨੂੰ ਤੂੰ ਪ੍ਰਾਪਤ ਕਰ ਸਕੇ। ਤਾਂ ਉਹ ਸਾਰੇ ਤੇਰੀ ਸੇਵਾ ਦੇ ਵਿੱਚ ਹਨ। ਪਰ ਹੋ ਕੀ ਰਿਹਾ ਹੈ? ਸਤਿਗੁਰੂ ਕਹਿ ਰਹੇ ਹਨ ਕਿ ਅਸੀਂ ਇਹਨੂੰ ਕੁਝ ਹੋਰ ਕੰਮਾਂ ਦੇ ਵਿੱਚ ਬਿਜ਼ੀ ਹੋ ਗਏ। ਅਸੀਂ ਉਹ ਕੰਮ ਨਹੀਂ ਕਰ ਰਹੇ ਜਿਹੜੇ ਕੰਮ ਦੇ ਨਾਲ ਸਾਡੇ ਜੀਵਨ ਦਾ ਮੰਤਵ ਪੂਰਾ ਹੋਣਾ ਹੈ। ਉਹ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਸਮਝਾ ਰਹੇ ਹਨ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ। ਸਤਿਗੁਰੂ ਜੀ ਕਹਿ ਰਹੇ ਹਨ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ, ਭਾਵ ਜਨਮ ਤੇਰਾ ਬਿਰਥਾ ਜਾ ਰਿਹਾ ਹੈ, ਜਿਵੇਂ ਰਹਾਉ ਦੀ ਪੰਕਤੀ ਦੇ ਵਿੱਚ ਕਿਹਾ ਹੈ। ਤੇ ਅਵਰ ਕਾਜ ਕਿਹੜਾ ਹੈ? ਉਹ ਰੰਗ ਮਾਇਆ ਕਹਿ ਵਿੱਚ ਦੀ ਜਿਹੜੀ ਗੱਲ ਕਹੀ ਹੈ ਸਤਿਗੁਰੂ ਜੀ ਨੇ ਕਿ ਮਾਇਆ ਦੇ ਪਿਆਰ ਦੇ ਵਿੱਚ ਇਹ ਜਿੰਨੇ ਵੀ ਕੰਮ ਹਨ ਇਹ ਤੇਰੇ ਕਿਤੇ ਕੰਮ ਨਹੀਂ ਆਉਣੇ। ਤੋ ਕੰਮ ਕੀ ਆਉਣਾ ਹੈ? ਕੰਮ ਕੇਵਲ ਉਸ ਪ੍ਰਭੂ ਦਾ ਨਾਮ ਆਉਣਾ ਹੈ। ਜਦੋਂ ਸਾਡੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਦੀ ਸਮਾਈ ਹੋ ਜਾਵੇਗੀ, ਸਾਡੇ ਹਿਰਦੇ ਵਿੱਚ ਪ੍ਰਭੂ ਦੀ ਯਾਦ, ਪ੍ਰਭੂ ਦਾ ਸਿਮਰਨ, ਪ੍ਰਭੂ ਦੇ ਗੁਣ ਸਾਡੇ ਹਿਰਦੇ ਵਿੱਚ ਸਮਾ ਜਾਣਗੇ, ਉਦੋਂ ਸਾਡਾ ਜੀਵਨ ਸਵਰਨਾ ਸ਼ੁਰੂ ਹੋਏਗਾ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਤੂੰ ਨਾਮ ਵੱਲ ਲੱਗ, ਨਾਮ ਨੂੰ ਯਾਦ ਕਰ, ਨਾਮ ਨੂੰ ਭਜ। ਪਰ ਕਿਸ ਤਰ੍ਹਾਂ? ਇੱਥੇ ਫਿਰ ਸਤਿਗੁਰੂ ਸਾਨੂੰ ਉਸੇ ਸਾਧਨ ਤੱਕ ਲੈ ਜਾਂਦੇ ਹਨ ਕਿ ਮਿਲ ਸਾਧ ਸੰਗਤ। ਤੋ ਇਉਂ ਅਸੀਂ ਦੇਖਦੇ ਹਾਂ ਕਿ ਜਦੋਂ ਵੀ ਸਤਿਗੁਰੂ ਜੀ ਸਾਨੂੰ ਇਹ ਉਪਦੇਸ਼ ਦਿੰਦੇ ਹਨ ਕਿ ਤੂੰ ਨਾਮ ਜਪਣਾ ਹੈ, ਆਲਮੋਸਟ ਇਹਦਾ ਇੱਕ ਇੰਟੈਗਰਲ ਪਾਰਟ ਨਾਲ ਹੀ ਹੈ। ਦੋ ਹੀ ਗੱਲਾਂ ਦਾ ਜ਼ਿਕਰ ਹਮੇਸ਼ਾ ਆਉਂਦਾ ਹੈ, ਜਾਂ ਗੁਰੂ ਦੀ ਸ਼ਰਨ ਪੈ ਤੇ ਜਾਂ ਲਿਖਿਆ ਹੁੰਦਾ ਹੈ ਸਾਧ ਸੰਗਤ ਦੇ ਵਿੱਚ ਪੈ। ਹਾਲਾਂਕਿ ਅਰਥ ਤਾਂ ਦੋਨਾਂ ਦੇ ਇੱਕੋ ਹੀ ਹਨ, ਕਿਉਂਕਿ ਸਾਧ ਸੰਗਤ ਵੀ ਉਹੀ ਹੈ ਜਿਸ ਦੇ ਵਿੱਚ ਗੁਰੂ ਆਪਣੇ ਉਪਦੇਸ਼ਾਂ ਦੇ ਰਾਹੀਂ ਮੌਜੂਦ ਹੈ। ਤੋ ਗੁਰੂ ਦੀ ਸ਼ਰਨ ਦੇ ਵਿੱਚ ਹੀ ਜਾਣਾ ਹੈ, ਸਾਧ ਸੰਗਤ ਦੇ ਰਾਹੀਂ ਅਸੀਂ ਗੁਰੂ ਦੇ ਨਾਲ ਜੁੜਨਾ ਹੈ, ਤੇ ਸਾਧ ਸੰਗਤ ਦੇ ਰਾਹੀਂ ਹੀ ਸਾਨੂੰ ਨਾਮ ਜੋ ਹੈ ਉਹ ਨਾਮ ਸਿਮਰਨ ਦੀ ਪ੍ਰਾਪਤੀ ਹੋਣੀ ਹੈ। ਤੇ ਅੰਤਲਾ ਜਿਹੜਾ ਬੰਦ ਹੈ ਇਸ ਸ਼ਬਦ ਦਾ, ਉਹ ਸਤਿਗੁਰੂ ਜੀ ਨੇ ਸਾਨੂੰ ਜਿਹੜੀ ਗੱਲ ਸਮਝਾਈ ਹੈ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਹੁਣ ਇੱਥੇ ਸਾਨੂੰ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਇੱਥੇ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਇੱਥੇ ਉਹ ਅਖੌਤੀ ਜਪਾਂ ਦੀ, ਅਖੌਤੀ ਤਪਾਂ ਦੀ ਤੇ ਅਖੌਤੀ ਸੰਜਮਾਂ ਦੀ ਗੱਲ ਨਹੀਂ ਸਤਿਗੁਰੂ ਕਰ ਰਹੇ ਹਨ। ਇੱਥੇ ਸਤਿਗੁਰੂ ਜੀ ਕੀ ਕਹਿ ਰਹੇ ਹਨ? ਉਸ ਰਸਤੇ ਦੀ ਗੱਲ ਕਰ ਰਹੇ ਹਨ ਜਿਹੜਾ ਸਾਨੂੰ ਉੱਪਰ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਸਰੰਜਾਮ ਲਾਗ ਭਵ ਜਲ ਤਰਨ ਕੈ ਤੇ ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੋ ਇੱਥੇ ਜਦੋਂ ਜਪ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ, ਉਹਦਾ ਬਿਲਕੁਲ ਉਹੀ ਅਰਥ ਹੈ ਭਜ ਕੇਵਲ ਨਾਮ ਵਾਲਾ, ਭਾਵ ਸਿਮਰਨ ਕਰ। ਤੇ ਤਪ ਜਿਹੜਾ ਹੈ ਉਹਦਾ ਵੀ ਅਰਥ ਇਹ ਹੈ ਕਿ ਉਹ ਉੱਤਮ ਕਰਨੇ, ਸਰੀਰ ਦੇ ਨਾਲ ਵੀ ਸੇਵਾ ਕਰਨੀ, ਤਾਂ ਕਿ ਸਾਡਾ ਜੋ ਉਹ ਉਦਮ ਹੈ ਜਿਹੜਾ ਸਾਡੇ ਮਨ ਦੇ ਵਿੱਚ ਉਹ ਭਾਵਨਾਵਾਂ ਪੈਦਾ ਕਰੇ ਜਿਹੜੀਆਂ ਸਾਨੂੰ ਸਿਮਰਨ ਦੇ ਨਾਲ ਜੋੜਨੀਆਂ ਨੇ। ਇੱਕ ਸਿੱਖ ਦਾ ਜਪ ਸਿਮਰਨ ਹੈ, ਇੱਕ ਸਿੱਖ ਦਾ ਤਪ ਸੇਵਾ ਹੈ। ਤੇ ਸੰਜਮ ਕੀ ਹੈ? ਸੰਜਮ ਬਾਕੀ ਧਰਮਾਂ ਦੇ ਵਿੱਚ ਸੰਜਮ ਹਨ, ਕੋਈ ਇੱਕ ਸੰਜਮ ਧਾਰਨ ਕਰਦਾ ਹੈ, ਕੋਈ ਜ਼ਿਆਦਾ ਕਰਦਾ ਹੈ, ਕੋਈ ਕਿਸ ਕਿਸਮ ਦੇ ਵਰਤ ਰੱਖਦਾ ਹੈ, ਕੋਈ ਇੱਕ ਚੀਜ਼ ਛੱਡ ਦਿੰਦਾ ਹੈ, ਇਸ ਚੀਜ਼ ਦਾ ਮੈਂ ਮੀਟ ਦਾ ਸੰਜਮ ਕੀਤਾ ਹੈ, ਮੈਂ ਲਸਣ ਦਾ ਸੰਜਮ ਕੀਤਾ ਹੈ ਇਤਿਆਦਿਕ, ਜਾਂ ਅੱਜ ਮੈਂ ਬੋਲਣਾ ਨਹੀਂ ਉਹਦਾ ਸੰਜਮ ਕੀਤਾ ਹੈ। ਪਰ ਸਤਿਗੁਰੂ ਜੀ ਨੇ ਜਿਹੜਾ ਸੰਜਮ ਸਾਨੂੰ ਦੱਸਿਆ ਹੈ, ਜਿਹਦਾ ਜ਼ਿਕਰ ਇੱਥੇ ਸਤਿਗੁਰੂ ਜੀ ਕਰ ਰਹੇ ਹਨ, ਕਿ ਜਦੋਂ ਅਸੀਂ ਆਪਣੇ ਮਨ ਨੂੰ ਵਿਕਾਰਾਂ ਨੂੰ ਰੋਕਦੇ ਹਾਂ, ਇਹ ਇੱਕ ਸਿੱਖ ਦਾ ਸੰਜਮ ਹੈ। ਤੋ ਸਿਮਰਨ ਦੀ ਪ੍ਰੇਰਨਾ ਕਰ ਰਹੇ ਹਨ ਸਤਿਗੁਰੂ, ਸੇਵਾ ਦੀ ਪ੍ਰੇਰਨਾ ਕਰ ਰਹੇ ਹਨ, ਤੇ ਵਿਕਾਰਾਂ ਤੋਂ ਮਨ ਨੂੰ ਰੋਕਣ ਦੀ ਪ੍ਰੇਰਨਾ ਕਰ ਰਹੇ ਹਨ। ਤੋ ਇਹ ਧਰਮ ਜਦੋਂ ਅਸੀਂ ਨਹੀਂ ਕਮਾਉਂਦੇ,
ਸਿਮਰਨ ਦਾ, ਸੇਵਾ ਦਾ ਤੇ ਵਿਕਾਰਾਂ ਤੋਂ ਰੁਕਣ ਦਾ ਅਸੀਂ ਧਰਮ ਨਹੀਂ ਕਮਾਉਂਦੇ। ਔਰ ਅਸੀਂ ਜਿਹੜਾ ਸੇਵਾ ਸਾਧ ਭਾਵ ਗੁਰੂ ਦੀ ਸੇਵਾ, ਹੁਣ ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਵੀ ਪ੍ਰਭੂ ਦਾ ਨਾਮ ਦਾ ਸਿਮਰਨ ਹੀ ਹੈ, ਕਿਉਂਕਿ ਗੁਰੂ ਦਾ ਉਪਦੇਸ਼ ਕਮਾਉਣਾ ਹੀ ਗੁਰੂ ਦੀ ਸੇਵਾ ਹੈ। ਉਸ ਤੋਂ ਇਲਾਵਾ ਗੁਰੂ ਦੀ ਕੋਈ ਹੋਰ ਸੇਵਾ ਨਹੀਂ ਹੈ। ਅਸੀਂ ਭਾਵੇਂ ਆਪਣੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪਾਲ ਲਈਏ, ਪਰ ਗੁਰਬਾਣੀ ਇਹਦੇ ਬਾਰੇ ਸਪਸ਼ਟ ਹੈ ਕਿ ਗੁਰੂ ਦੀ ਸੇਵਾ ਜੋ ਹੈ ਉਹ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਹੀ ਹੈ। ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਜਿਹੜਾ ਇਹ ਧਰਮ ਨਹੀਂ ਕਮਾਉਂਦਾ, ਮਤਲਬ ਭਾਵ ਤੂੰ ਸੇਵਾ ਵੀ ਨਹੀਂ ਕੀਤੀ, ਗੁਰੂ ਦੀ ਸੇਵਾ, ਸੇਵਾ ਸਾਧ ਭਾਵ ਗੁਰੂ ਦੀ ਸੇਵਾ ਨਹੀਂ ਕੀਤੀ, ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕੀਤਾ, ਅਕਾਲ ਪੁਰਖ ਦੇ ਨਾਲ ਨਾਤਾ ਨਹੀਂ ਜੋੜਿਆ, ਨਾ ਜਾਣਿਆ ਹਰ ਰਾਇਆ। ਅਸੀਂ ਅਕਾਲ ਪੁਰਖ ਦੇ ਨਾਲ ਆਪਣਾ ਨਾਤਾ ਨਹੀਂ ਜੋੜਿਆ। ਤੇ ਸਤਿਗੁਰੂ ਕਹਿ ਰਹੇ ਹਨ ਕਿ ਜੇ ਸਾਡਾ ਜੀਵਨ ਇਹ ਹੈ ਤਾਂ ਫਿਰ ਸਾਡੇ ਪਾਸ ਰਸਤਾ ਕੀ ਹੈ? ਫਿਰ ਅਸੀਂ ਕੀ ਕਰੀਏ, ਕੀ ਉਦਮ ਕਰੀਏ ਕਿ ਸਾਡਾ ਜੋ ਸਤਿਗੁਰਾਂ ਨੇ ਉੱਪਰ ਜੋ ਸਾਨੂੰ ਉਪਦੇਸ਼ ਦਿੱਤਾ ਹੈ ਕਿ ਸਰੰਜਾਮ ਲਾਗ ਭਵ ਜਲ ਤਰਨ ਕੈ, ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਤੂੰ ਪ੍ਰਭੂ ਦੇ ਦਰ ਦੇ ਉੱਤੇ ਅਰਦਾਸ ਕਰ ਕਿ ਹੇ ਪ੍ਰਭੂ ਮੈਂ ਨੀਚ ਕਰਮਾਂ, ਮੈਂ ਨੀਚ ਕਰਮੀ ਮਨੁੱਖ ਹਾਂ, ਅਸੀਂ ਮੰਦੇ ਕੰਮਾਂ ਵਾਲੇ ਮਨੁੱਖ ਹਾਂ, ਸਾਨੂੰ ਆਪਣੀ ਸ਼ਰਨ ਦੇ ਵਿੱਚ, ਅਸੀਂ ਤੇਰੀ ਸ਼ਰਨ ਦੇ ਵਿੱਚ ਪਏ ਹਾਂ ਤੇ ਤੇਰਾ ਬਿਰਧ ਹੈ ਕਿ ਤੂੰ ਸ਼ਰਨ ਪਿਆਂ ਦੀ ਲਾਜ ਰੱਖਦਾ ਹੈ। ਤੂੰ ਮੇਰੀ ਵੀ ਲਾਜ ਰੱਖ, ਮੈਨੂੰ ਆਪਣੇ ਨਾਮ ਦੇ ਨਾਲ ਜੋੜ, ਨਾਮ ਸਿਮਰਨ ਦੇ ਨਾਲ ਜੋੜ, ਆਪਣੇ ਗੁਣਾਂ ਦੇ ਨਾਲ ਜੋੜ, ਤਾਂ ਕਿ ਮੇਰਾ ਜੀਵਨ ਜੋ ਹੈ ਉਹ ਬਿਰਥਾ ਨਾ ਜਾਵੇ। ਤੋ ਇਹ ਅੰਤ ਜਿਹੜਾ ਲਾਸਟ ਸ਼ਬਦ ਹੈ ਇਹਨਾਂ 9 ਸ਼ਬਦਾਂ ਦੇ ਸਮੂਹ ਦਾ, ਪਹਿਲੇ 5 ਸੋਦਰ ਦੇ ਤੇ ਅਖੀਰਲੇ 4 ਜੋ ਸੋ ਪੁਰਖ ਦੇ ਸ਼ਬਦ ਹਨ, ਉਹਨਾਂ ਦੇ ਅੰਤ ਉੱਤੇ ਸਤਿਗੁਰੂ ਜੀ ਨੇ ਸਾਨੂੰ ਇੱਕ ਬੜੀ ਸਖਤ ਲਫ਼ਜ਼ਾਂ ਦੇ ਵਿੱਚ ਪ੍ਰੇਰਨਾ ਕੀਤੀ ਹੈ ਕਿ ਭਾਈ ਇਹ ਜਨਮ ਤੈਨੂੰ ਬੜਾ ਕੀਮਤੀ ਜਨਮ, ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਤੂੰ ਹੋਰ ਕੰਮਾਂ ਦੇ ਵਿੱਚ ਭਾਵ ਮਾਇਆ ਦੇ ਰੰਗ ਵਿੱਚ ਨਾ ਪੈ, ਹੋਰ ਕੰਮਾਂ ਵਿੱਚ ਤੂੰ ਲੱਗਿਆ ਹੈ ਮਾਇਆ ਇਕੱਠੀ ਕਰਨ ਦੇ ਉੱਤੇ, ਮਾਇਆ ਨਾਲ ਪਿਆਰ ਕਰਨ ਦੇ ਉੱਤੇ, ਜੋ ਤੇਰਾ ਇਹ ਜਗਤ ਬਣਿਆ ਹੈ, ਤੇਰਾ ਪਰਿਵਾਰ ਹੈ, ਇਹਨਾਂ ਸਾਰਿਆਂ ਦੇ ਪ੍ਰੇਮ ਦੇ ਵਿੱਚ ਤੂੰ ਇੰਨਾ ਮਗਨ ਹੋ ਗਿਆ ਹੈ ਕਿ ਤੇਰਾ ਜਨਮ ਬਿਰਥਾ ਜਾ ਰਿਹਾ ਹੈ, ਕਿਉਂਕਿ ਤੂੰ ਅਕਾਲ ਪੁਰਖ ਦੇ ਨਾਮ ਦੇ ਨਾਲ ਨਹੀਂ ਜੁੜ ਰਿਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਇਹ ਮਾਇਆ ਦਾ ਰੰਗ ਹੈ ਜਿਹਦਾ ਅਖੀਰ ਦੇ ਉੱਤੇ ਸਤਿਗੁਰੂ ਜ਼ਿਕਰ ਕਰ ਰਹੇ ਹਨ। ਤੇ ਸਤਿਗੁਰੂ ਅਖੀਰ ਦੇ ਉੱਤੇ ਕਹਿ ਰਹੇ ਹਨ ਕਿ ਰਸਤਾ ਕੀ ਹੈ ਕਿ ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਹੁਣ ਇਹ ਜੋ 2 ਪੰਕਤੀਆਂ ਹਨ, ਇਹਦੇ ਵਿੱਚ ਵੀ ਸਤਿਗੁਰੂ ਜੋ ਪਹਿਲੇ ਸਾਨੂੰ ਕਿਰਪਾ ਦਾ ਮੈਸੇਜ ਦਿੱਤਾ ਹੈ, ਉਹਦੀ ਕਿਰਪਾ ਦੇ ਪਾਤਰ ਬਣਨ ਦਾ, ਤਾਂ ਕਿ ਅਸੀਂ ਉਹਦੀ ਕਿਰਪਾ ਦੇ ਪਾਤਰ ਬਣੀਏ, ਉਹਨੂੰ ਭਾਈਏ, ਉਹੀ ਮੈਸੇਜ ਸਤਿਗੁਰੂ ਸਾਨੂੰ ਇੱਥੇ ਫੇਰ ਦੇ ਰਹੇ ਹਨ ਕਿ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈ, ਨਿਮਰਤਾ ਦੇ ਵਿੱਚ ਆ, ਕਿਉਂਕਿ ਔਰ ਜਦੋਂ ਪ੍ਰਾਪਤੀ ਹੁੰਦੀ ਹੈ ਤਾਂ ਇਹ ਸਾਡੇ ਸਾਹਮਣੇ ਇੱਕ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਜੇ ਉਹਨੇ ਸਾਨੂੰ ਰੱਖਿਆ ਹੈ, ਉਹ ਇਸ ਕਰਕੇ ਨਹੀਂ ਰੱਖਿਆ ਕਿ ਸਾਡੇ ਵਿੱਚ ਕੋਈ ਬੜੇ ਗੁਣ ਹਨ ਜਾਂ ਅਸੀਂ ਕੋਈ ਬੜੇ ਜਪ ਤਪ ਸੰਜਮ ਧਰਮ ਕਮਾ ਲਿਆ ਹੈ ਸ਼ਾਇਦ ਤਾਂ ਅਕਾਲ ਪੁਰਖ ਨੇ ਵੀ ਸਾਡਾ ਹੱਕ ਬਣ ਗਿਆ ਹੈ, ਤੇ ਤਾਂ ਨਹੀਂ, ਅਸੀਂ ਨਿਮਰਤਾ ਦੇ ਵਿੱਚ ਉਹਦੇ ਅੱਗੇ ਬੇਨਤੀ ਕਰੀਏ ਕਿ ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਮੈਨੂੰ ਤੂੰ ਆਪਣੀ ਸ਼ਰਨ ਦੇ ਵਿੱਚ ਆਏ ਨੂੰ ਰੱਖ, ਇਹ ਤੇਰਾ ਬਿਰਧ ਹੈ, ਤੂੰ ਤਰਸ ਕਰ ਮੇਰੇ ਤੇ, ਕਿਰਪਾ ਕਰ, ਆਪਣੀ ਰਜ਼ਾ ਦੇ ਵਿੱਚ ਮੈਨੂੰ ਆਪਣੇ ਨਾਲ ਜੋੜ ਲੈ ਤੇ ਮੈਨੂੰ ਇਸ ਜਨਮ ਨੂੰ ਸਫਲ ਕਰਨ ਦਾ ਜੋ ਸਾਧਨ ਹੈ ਨਾਮ, ਉਹ ਮੈਨੂੰ ਬਖਸ਼, ਤਾਂ ਕਿ ਮੈਂ ਸੰਗਤ ਦੇ ਵਿੱਚ ਮਿਲ ਕੇ ਤੇ ਤੇਰੇ ਨਾਮ ਦੇ ਨਾਲ ਜੁੜ ਸਕਾਂ ਤੇ ਆਪਣਾ ਜੀਵਨ ਜੋ ਹੈ ਉਹ ਸਫਲਾ ਕਰ ਸਕਾਂ। ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਪ੍ਰਭ ਕੀਰਤਨ ਸਿੰਘ ਜੀ। 9 ਸ਼ਬਦਾਂ ਦੀ ਸੰਖੇਪ ਵਿਚਾਰ ਅਸੀਂ ਸਰਵਣ ਕੀਤੀ ਹੈ। 5 ਸ਼ਬਦਾਂ ਦੀ ਸੋਦਰ ਵਾਲੇ ਔਰ 4 ਸੋਪੁਰਖ ਵਾਲੇ। ਸੋਦਰ ਸਿਰਲੇਖ ਦਾ ਪਹਿਲਾ ਸ਼ਬਦ ਤੇ ਸੋਪੁਰਖ ਸਿਰਲੇਖ ਦਾ ਪਹਿਲਾ ਸ਼ਬਦ, ਜੇ ਆਪਾਂ ਦੋਨਾਂ ਨੂੰ ਨਾਰ ਲਾ ਕੇ ਪੜ੍ਹੀਏ ਤਾਂ ਦੋਨਾਂ ਸ਼ਬਦਾਂ ਵਿੱਚ ਹੀ ਉਸ ਇਸ਼ਟ ਦੀ
ਉਸ ਵਾਹਿਗੁਰੂ ਦੀ, ਉਸ ਕਰਤਾਰ ਦੀ, ਉਸ ਆਪਣੇ ਮਾਲਕ ਦੀ ਗੁਣਾਂ ਦਾ ਵਰਣਨ ਕੀਤਾ ਗਿਆ ਹੈ। ਪਰਮਾਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਵਿਆਪਕ ਹੈ, ਰਸ ਨਾਲ ਭਰਿਆ ਹੋਇਆ ਹੈ। ਇੱਕ ਰਸ ਹੈ ਤੇ ਹਰ ਜੀਵ ਦੇ ਅੰਦਰ ਉਹ ਮੌਜੂਦ ਹੈ। ਨਾਲ ਅਗਲੀ ਗੱਲ ਜਿਹੜੀ ਗੁਰੂ ਪਾਤਸ਼ਾਹ ਜੀ ਸਾਨੂੰ ਦੱਸਦੇ ਨੇ, ਜਗਤ ਵਿੱਚ ਮੌਜੂਦ ਹੈ ਪਰ ਹੈ ਨਿਰਲੇਪ। ਸਰਵ ਵਿਆਪਕ ਹੁੰਦਿਆਂ ਹੋਇਆਂ ਵੀ ਉਹ ਨਿਰਲੇਪ ਹੈ। ਸਾਰਿਆਂ ਦੀ ਸੰਭਾਲ ਵੀ ਕਰਦਾ ਹੈ ਤੇ ਸਾਰਿਆਂ ਦੀ ਗੱਲ ਸੁਣਦਾ ਵੀ ਹੈ। ਕਮਜ਼ੋਰੀ ਇਹ ਵੀ ਸਾਨੂੰ ਗੱਲ ਸ਼ਾਇਦ ਸੁਣਾਉਣੀ ਨਹੀਂ ਆਉਂਦੀ, ਅਸੀਂ ਉੱਥੇ ਤੱਕ ਪਹੁੰਚਦੇ ਨਹੀਂ ਜਿੱਥੇ ਤੱਕ ਸਾਡੀ ਗੱਲ ਉਹ ਸੁਣ ਲਵੇ। ਦੂਰੀ ਸਾਡੀ ਬਣ ਗਈ। ਮਾਲਕ ਜਿਸ ਮਨੁੱਖ ਦੀ ਨੀਂਦ ਮਾਇਆ ਦੇ ਵੱਲੋਂ ਖੁੱਲ੍ਹ ਜਾਂਦੀ ਹੈ, ਉਹਨਾਂ ਦੀਆਂ ਅੱਖਾਂ ਫਿਰ ਉਸ ਸਿਰਜਣਹਾਰ ਦਾ ਦੀਦਾਰ ਕਰਦੀਆਂ ਹਨ। ਤੇ ਉਸ ਦੀਦਾਰ ਦੇ ਲਈ ਗੁਰੂ ਸਾਹਿਬ ਜੀ ਨੇ ਲਾਸਟ ਵਿੱਚ ਬੇਨਤੀ ਕੀਤੀ ਹੈ ਕਿ ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਹ ਬੇਨਤੀ ਲਾਸਟ ਜਿਹੜੀ ਆਖਰੀ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਕੀਤੀ। ਤੇ ਜਿਨ੍ਹਾਂ ਦੀ ਅੱਖਾਂ ਇਸ ਮਾਇਆ ਦੀ ਨੀਂਦ ਚੋਂ ਖੁੱਲ੍ਹ ਜਾਂਦੀਆਂ ਨੇ, ਉਹਨਾਂ ਦੀਆਂ ਅੱਖਾਂ ਹਰ ਪਾਸੇ ਉਸ ਸਿਰਜਣਹਾਰ ਨੂੰ ਫਿਰ ਦੇਖਦੀਆਂ ਹਨ। ਫਿਰ ਤੂੰ ਹੀ ਤੂੰ, ਵਾਹ 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 ਵਾਹ, ਉਹ ਆਨੰਦ ਮਾਣਦੇ ਨੇ। ਉਹਨਾਂ ਦੇ ਕੰਨ ਉਸ ਪ੍ਰੀਤਮ ਦੀਆਂ ਗੱਲਾਂ ਸੁਣਨ ਨੂੰ ਹਮੇਸ਼ਾ ਹੀ ਉਤਾਵਲੇ ਹੁੰਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਸਿਰਜਣਹਾਰ ਮਾਲਕ ਹਰ ਪਾਸੇ ਦਿਸਦਾ ਹੈ। ਇਸ ਜਗਤ ਉਸ ਮਾਲਕ ਦਾ ਬਣਾਇਆ ਹੋਇਆ ਹੈ। ਇੱਥੇ ਜਗਤ ਵਿੱਚ, ਇਸ ਅਖਾੜੇ ਵਿੱਚ ਕਈ ਆਏ, ਕਈ ਚਲੇ ਗਏ, ਕਈ ਤੁਰੇ ਜਾ ਰਹੇ ਹਨ, ਪਰ ਸਿਰਜਣਹਾਰ ਮਾਲਕ ਨੇ ਆਪਣੀ ਜੀਵਨ ਜੁਗਤੀ ਇੱਕ ਇਸ ਢੰਗ ਨਾਲ ਬਣਾਈ ਹੈ ਕਿ ਜਿਵੇਂ ਕਿ ਇੱਕ ਰੱਸੀ ਨਾਲ ਕਿਸੇ ਨੂੰ ਕਾਬੂ ਕੀਤਾ ਹੋਇਆ ਹੁੰਦਾ ਹੈ। ਮਾਲਕ ਸੱਚੇ ਪਾਤਸ਼ਾਹ ਦੇ ਇਹ ਦੋ ਸ਼ਬਦ, ਜਿਹੜੇ ਪਹਿਲਾ ਸ਼ਬਦ ਜਿਹੜਾ ਸੋਦਰ ਵਾਲਾ, ਤੇ ਉਸ ਤੋਂ ਬਾਅਦ ਇਹ ਜਿਹੜਾ ਸ਼ਬਦ ਅਸੀਂ ਸੋਪੁਰਖ ਵਾਲਾ ਸੁਣਿਆ, ਪਹਿਲਾ ਸਰਲੇਖ, ਤੇ ਨਾਲ ਮਹਾਰਾਜ ਨੇ ਨਿਰੰਜਨ ਦੀ ਗੱਲ ਕੀਤੀ ਹੈ ਵੀ ਹੈ ਲੇਕਿਨ ਨਿਰਲੇਪ ਨਿਰੰਜਨ ਹੈ। ਜਿਹੜਾ ਜਪ ਦੀ ਬਾਣੀ 'ਚ ਅਸੀਂ ਗੱਲ ਕੀਤੀ ਸੀ, ਐਸਾ ਨਾਮ ਨਿਰੰਜਨ ਹੋਇਆ ਨਹੀਂ। ਇਹ ਸਾਰਿਆਂ ਦਾ ਰਿਜ਼ਕ ਦਾਤਾ ਵੀ ਆਪ ਹੈ। ਮਾਲਕ ਆਪ ਹੀ ਸਾਰਿਆਂ ਦਾ ਰਿਜ਼ਕ ਦੇਣ ਵਾਲਾ ਵੀ ਪਰਮੇਸ਼ਰ ਆਪ ਹੈ। ਸਾਰਿਆਂ ਦੀ ਸਿਰਜਣਹਾਰ ਸੰਭਾਲ ਕਰਨ ਵਾਲਾ ਵੀ ਉਹ ਆਪ ਹੈ। ਫਿਰ ਚਿੰਤਾ ਫਿਕਰ ਕਿਉਂ, ਫਿਰ ਭੁਲੇਖਾ ਕਿਉਂ? ਤੇ ਉਸ ਮਾਲਕ ਦੀ ਇਸ ਬੇਅੰਤਤਾ ਦਾ ਜ਼ਿਕਰ ਜਦੋਂ ਅਸੀਂ ਕਰਦੇ ਹਾਂ, ਤੇ ਫਿਰ ਅੱਗੇ ਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਨੇ ਵੀ ਇਹ ਜਗਤ ਜਿਹੜਾ ਸੀ, ਇਹ ਤਾਂ ਭਿਆਨਕ ਤਲਾਬ ਹੈ, ਤੇ ਭਿਆਨਕ ਤਲਾਬ ਵਿੱਚੋਂ ਬਚਾਉਣ ਵਾਲਾ ਵੀ ਕੇਵਲ ਉਹੀ ਹੈ। ਤ੍ਰਿਸ਼ਨਾ ਦੀ ਅੱਗ ਵਿੱਚ ਅਸੀਂ ਸੜਦੇ ਹਾਂ, ਉਸ ਤ੍ਰਿਸ਼ਨਾ ਦੀ ਅੱਗ ਵਿੱਚੋਂ ਕੱਢਣ ਵਾਲਾ ਵੀ ਉਹੀ ਹੈ। ਮਾਲਕ ਹੀ ਬਚਾਉਣ ਵਾਲਾ ਹੈ। ਤਾਂ ਬੇਅੰਤ ਗੁਣਾਂ ਦਾ ਮਾਲਕ ਮੇਰਾ ਮਾਲਕ ਹੈ। ਕਰੋੜਾਂ ਸਾਲ ਦੀਆਂ ਸਮਾਧੀਆਂ ਲਾ ਕੇ, ਬੜੇ ਬੜੇ ਤਪ ਕਰਕੇ, ਬੜੇ ਬੜੇ ਤਪ ਸਹਾਰ ਕੇ ਮਨੁੱਖ ਯਤਨ ਵੀ ਕਰ ਲਵੇ, ਤਾਂ ਪ੍ਰਮਾਤਮਾ ਦੀ ਰਚੀ ਹੋਈ ਰਚਨਾ ਦਾ ਆਖਰੀ ਬੰਨਾ ਨਹੀਂ ਲੱਭ ਸਕਦਾ। ਜਿਹੜੀ ਜਪ ਤਪ ਦੀ ਗੱਲ ਹੈ ਨਾ, ਬੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਧੂਣੀਆਂ ਤਾਲੀਆਂ ਜਾਂ ਜਪ ਤਪ ਦੀ ਗੱਲ ਕੀਤੀ, ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇੱਕ ਜਨਮ ਕੀ ਕਰੋੜਾਂ ਸਾਲ ਦੀਆਂ ਅਤੁੱਟ ਸਮਾਧੀਆਂ, ਬੜੇ ਬੜੇ ਤਪ ਸਾਧਨ, ਤਪ ਦੇ ਸਹਾਰ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਬੜੀ ਦਿਵ ਦ੍ਰਿਸ਼ਟੀ ਦੀ ਗੱਲ ਵੀ ਕਰ ਲਵੇ, ਤਾਂ ਪ੍ਰਮਾਤਮਾ ਦੀ ਰਚੀ ਹੋਈ ਰਚਨਾ ਦਾ ਅੰਤ ਨਹੀਂ ਪਾ ਸਕਦਾ। ਉਹਦਾ ਅਖੀਰਲਾ ਬੰਨਾ ਨਹੀਂ ਲੱਭ ਸਕਦਾ, ਭਾਵੇਂ ਉਹ ਸੈਂਕੜੇ ਅਸਮਾਨਾਂ ਦੀਆਂ ਉਡਾਰੀਆਂ ਵੀ ਮਾਰ ਲਵੇ। ਉਹਦੀ ਰਚਨਾ ਇੰਨੀ ਬੇਅੰਤ ਹੈ ਕਿ ਸਾਰੀ ਸ੍ਰਿਸ਼ਟੀ ਦੇ ਸਾਗਰਾਂ ਦੀ ਸਿਆਹੀ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਤੇ ਸਾਰੀ ਧਰਤੀ ਨੂੰ ਕਾਗਜ਼ ਬਣਾ ਦਈਏ, ਤੇ ਫਿਰ ਵੀ ਉਹਦੇ ਗੁਣਾਂ ਨੂੰ ਲਿਖਦੇ ਜਾਈਏ, ਤਾਂ ਉਹ ਤਾਂ ਵੀ ਨਹੀਂ ਖਤਮ ਹੋਣੇ, ਤਾਂ ਵੀ ਨਹੀਂ ਮੁੱਕਦੇ। ਉਹ ਤਾਂ ਇੰਨੀ ਬੇਅੰਤ ਹੈ। ਤੇ ਗੁਰੂ ਸਾਹਿਬ ਜੀ ਫਿਰ
ਜਦੋਂ ਸਾਰੀਆਂ ਗੱਲਾਂ ਕਰਕੇ ਵੀ ਜੇ ਤੂੰ ਇਹ ਚੀਜ਼ਾਂ ਵੀ ਤੇਰੇ ਤੱਕ ਨਹੀਂ ਪਹੁੰਚਾਉਂਦੀਆਂ, ਤਾਂ ਫਿਰ ਅਖੀਰ ਤੇ ਜਾ ਕੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਸਾਡੇ ਜੀਵਨ ਦਾ ਤੱਤ ਸਮਝਾਉਂਦੇ ਤੇ ਤੱਤ ਦੇ ਜੀਵਨ ਦੀ ਗੱਲ ਕਰਦੇ, ਭਾਈ ਦੇਖ ਇਹ ਸੰਸਾਰ ਸਮੁੰਦਰ ਹੈ, ਇਸ ਸੰਸਾਰ ਸਮੁੰਦਰ ਦੇ ਕੰਢੇ ਤੇ ਚਲੇ ਜਾਈਏ, ਆਪਾਂ ਸਮੁੰਦਰਾਂ ਦੇ ਕਿਨਾਰਿਆਂ ਤੇ ਜਾਈਏ, ਪਾਣੀ ਵੇਖ ਕੇ ਬੰਦਾ ਪਹਿਲਾਂ ਹੀ ਉਹਦੀ ਹੋਸ਼ ਜੀ ਗਵਾਚਣ ਲੱਗ ਪੈਂਦੀ ਹੈ। ਬੜੀਆਂ ਬੜੀਆਂ ਠਿੱਲਾਂ ਸਮੁੰਦਰ 'ਚ ਪੈਂਦੀਆਂ ਨੇ, ਇਹਨਾਂ ਠਿੱਲਾਂ ਵਿੱਚ ਦੀ ਜਹਾਜ਼ ਵੀ ਅਸੀਂ ਲੰਘਦੇ ਵੇਖ ਲਈਏ, ਮਨੁੱਖ ਉਹ ਵੀ ਘਾਬਰਦਾ ਕਿਤੇ ਡੁੱਬ ਨਾ ਜਾਵੇ, ਕਿਤੇ ਇਹ ਨਾ ਡੁੱਬ ਜਾਏ। ਜਦੋਂ ਉਸ ਜਹਾਜ਼ ਦੀ ਮਜ਼ਬੂਤੀ ਤੇ ਕੈਪਟਨ ਦੀ ਹੁਸ਼ਿਆਰੀ, ਕਪਤਾਨ ਦੀ ਹੁਸ਼ਿਆਰੀ ਦਾ ਪਤਾ ਲੱਗਦਾ, ਫਿਰ ਅੰਦਰ ਹੌਸਲਾ ਵੱਜਦਾ। ਨਹੀਂ, ਤੇ ਇੱਥੇ ਹੁਣ ਗੁਰੂ ਦੀ ਗੱਲ ਕੀਤੀ ਹੈ, ਉਸ ਮਾਲਕ ਦੀ ਗੱਲ ਕੀਤੀ ਹੈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਵਿੱਚ ਪੈਂਦਾ, ਉਹ ਫਿਰ ਇਸ ਸੰਸਾਰ ਸਾਗਰ ਤੋਂ ਬਚਾਉਂਦਾ ਹੈ। ਜਿਸ ਸਾਗਰ ਦੀ ਗੱਲ ਤਿਤ ਸਰਵੜਾ ਪਹਿਲੇ ਨਿਵਾਸਾਂ ਦੀ ਗੁਰੂ ਸਾਹਿਬ ਜੀ ਨੇ ਕੀਤੀ ਹੈ। ਉਸ ਮਾਲਕ ਦੇ ਸ਼ਰਨ ਵਿੱਚ ਪੈਣ ਦੀ ਗੱਲ ਹੀ ਕਰਦਿਆਂ ਕਰਦਿਆਂ ਫਿਰ ਸਤਿਗੁਰ ਸਾਨੂੰ ਕਹਿੰਦੇ ਨੇ, ਮਾਲਕ ਜੀ ਮੇਰੇ ਹੱਥ ਕੁਛ ਨਹੀਂ, ਮੇਰਾ ਤੇ ਇੱਕ ਤਰਲਾ ਹੈ, ਇੱਕ ਜੋਦੜੀ ਹੈ, ਇੱਕ ਬੇਨਤੀ ਹੈ ਤੇਰੇ ਅੱਗੇ। ਉਹ ਕੀ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾ ਤਰੰਗ ਮਾਇਆ ਕੇ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖੋ ਸ਼ਰਨ। ਮਾਲਕ ਤੇਰੇ ਦਰ ਤੇ ਆਇਆ, ਤੂੰ ਹੀ ਬਚਾ ਸਕਦਾ ਹੈ, ਤੂੰ ਹੀ ਕੱਢ ਸਕਦਾ ਹੈ। ਤੇਰੀ ਬੇਅੰਤਤਾ ਦਾ ਮੈਂ ਅੰਤ ਨਹੀਂ ਪਾ ਸਕਦਾ, ਬਸ ਤੇਰੇ ਗੁਣਾਂ ਨੂੰ ਗਾਉਂਦਾ ਰਹਾਂ, ਮੇਰੇ ਅੰਦਰ ਚਾਓ ਇਹੋ ਹੀ ਬਣਿਆ ਰਹੇ, ਇਹੋ ਹੀ ਅੰਦਰ ਮੇਰੇ ਅੰਦਰ ਦਾ ਆਵਾਜ਼ ਹੈ ਕਿ ਮੈਂ ਤੇਰੇ ਗੁਣਾਂ ਨੂੰ ਗਾਉਂਦਾ ਗਾਉਂਦਾ ਕਿਤੇ ਤੇਰੇ ਵਿੱਚ ਲੀਨ ਹੋ ਜਾਵਾਂ। ਉਹ ਸੋ ਦਰ ਤੇ ਸੋ ਪੁਰਖ ਦੇ ਦੀਦਾਰ ਮੈਨੂੰ ਵੀ ਹੋ ਜਾਣ, ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਕੀਤੀ। ਤੇ ਸਤਿਗੁਰੂ ਜੀ ਕਿਰਪਾ ਕਰਨ, ਇਹ ਜੀਵਨ ਦੀ ਸੋਝੀ ਸਾਨੂੰ ਬਖਸ਼ਿਸ਼ ਕਰਨ, ਅਸੀਂ ਵੀ ਉਹਦੇ ਸੋ ਦਰ ਤੇ ਸੋ ਪੁਰਖ ਦੇ ਉਸ ਮਾਲਕ ਦੀ ਬੇਅੰਤਤਾ ਨੂੰ ਗਾਉਂਦੇ ਹੋਏ ਮਾਲਕ ਵਿੱਚ ਲੀਨ ਹੋਣ ਦਾ ਯਤਨ ਕਰੀਏ ਜੀ। ਬੇਨਤੀ ਕਰ ਰਿਹਾ ਹਾਂ ਵੀ ਰਾਜਾ ਸਿੰਘ ਜੀ ਨੂੰ